ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਿਰਮਲ ਮਤ ਮਾਨੀ ਪੁਰਖ, ਦੋਏ ਫਲ ਕੀ ਇਛ ਧਾਰ। ਸਰਬ ਸੰਗ ਨਿਰਬਿਰਤਤਾ, ਵਾ ਵਿਭੂਤ ਵਿਸਥਾਰ। ਨਿਰਮਲ ਮਤ ਮਾਨੀ ਪੁਰਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਧਿਆਏ 11ਵੇਂ ਦੀ ਵਿਚਾਰ ਆਪਾਂ ਕਰ ਰਹੇ ਸੀ। 11ਵੇਂ ਅਧਿਆਏ ਦੀ ਜਿਹੜੇ 15 ਛੰਦ ਆਪਾਂ ਪੜ੍ਹ ਚੁੱਕੇ ਹਾਂ। ਅੱਜ 16ਵਾਂ ਛੰਦ ਦੀ ਵਿਚਾਰ ਕਰੀਏ। ਜੋ ਪੰਡਿਤ ਹਰਦਿਆਲ ਜੀ ਬੜੀ ਉੱਚੀ ਸੁੱਚੀ ਵਿਦਵਤਾ ਦੇ ਨਾਲ ਸ਼ਾਸਤਰਾਂ ਦੇ ਪ੍ਰਮਾਣ ਸਾਰਗਤਾਵਲੀ ਸੰਸਕ੍ਰਿਤ ਗ੍ਰੰਥ ਦਾ ਉਲੱਥਾ ਕਰਕੇ ਸਾਨੂੰ ਆਮ ਭਾਸ਼ਾ ਵਿੱਚ ਕਰਕੇ ਇਹ ਗ੍ਰੰਥ ਦਿੱਤਾ ਹੈ ਬਖਸ਼ਿਸ਼ ਵਜੋਂ, ਜਿਹਦਾ ਵਿਦਵਾਨ ਜਨ ਬੜੇ ਲਾਹਾ ਲੈ ਰਹੇ ਹੈ। ਆਓ ਆਪਾਂ ਵੀ ਇਹਦਾ ਲਾਹਾ ਲੈਂਦੇ ਹੋਏ 11ਵੇਂ ਅਧਿਆਏ ਦੀ ਵਿਚਾਰ ਕਰੀਏ। 16ਵਾਂ ਛੰਦ ਹੈ। ਨਿਰਮਲ ਮਤ ਮਾਨੀ ਪੁਰਖ। ਨਿਰਮਲ ਕਹੀਏ ਉੱਜਲ, ਚਿੱਟੀ, ਮੈਲ ਤੋਂ ਰਹਿਤ, ਭਾਵ ਉੱਜਲ ਜਿਹੜੀ ਮਤ ਬੁੱਧੀ, ਉੱਜਲ ਮਤ ਵਾਲਾ ਅਤੇ ਮਾਨੀ ਪੁਰਖ। ਮਾਨੀ ਕਹੀਏ ਆਦਰ ਮਾਣ, ਇੱਜ਼ਤਦਾਰ ਪੁਰਖ। ਆਪਣੇ ਚਿੱਤ ਵਿੱਚ ਦੋਏ ਫਲ ਕੀ ਇਛ ਧਾਰ। ਦੋ ਫਲ ਕੀ ਕਹੀਏ ਫਲਾਂ ਦੀ ਇੱਛ, ਚਾਹਨਾ ਧਾਰ ਕਹੀਏ ਧਾਰਨਾ ਕਰਕੇ ਰੱਖਦਾ ਹੈ। ਨਿਰਮਲ ਮਤ ਵਾਲਾ ਅਤੇ ਜਿਹੜਾ ਮਾਨੀ ਪੁਰਖ ਆ। ਮਾਨੀ ਇੱਕ ਉਹਦਾ ਹੰਕਾਰੀ ਵੀ ਹੁੰਦਾ, ਵੀ ਮਾਣ ਨਾ ਕਰ ਮਾਨੀਆਂ। ਇੱਕ ਮਾਨੀ ਹੁੰਦਾ ਜਿਹੜਾ ਮਾਣ ਵਾਲਾ, ਭਾਵ ਆਦਰ ਸਨਮਾਨ ਵਾਲਾ ਇੱਜ਼ਤਦਾਰ ਬੰਦਾ। ਇਹ ਪੁਰਖ ਆਪਣੇ ਚਿੱਤ ਵਿੱਚ ਦੋ ਫਲਾਂ ਦੀ ਇੱਛਾ ਚਾਹਨਾ ਧਾਰ ਕੇ ਧਾਰਨਾ ਕਰਕੇ ਧਾਰ ਕੇ ਰੱਖਦੇ ਹੈ। ਸਰਬ ਸੰਗ ਨਿਰਬਿਰਤਤਾ, ਜਾਂ ਤਾਂ ਸਰਬ ਕਹੀਏ ਸਾਰੇ ਵਿਸ਼ੇ ਵਿਕਾਰਾਂ, ਸੰਗ ਕਹੀਏ ਨਾਲੋਂ ਨਿਰਬਿਰਤਤਾ ਨਿਰਵਿਰਤੀ, ਨਿਰਬਿਰਤਤਾ ਕਹੀਏ ਨਿਰਵਿਰਤੀ ਬਿਰਕਤ ਰਹਿਣਾ। ਅਥਵਾ ਵਾ ਵਿਭੂਤ ਵਿਸਥਾਰ, ਵਾ ਕਹੀਏ ਅਥਵਾ ਜਾਂ ਵਿਭੂਤ ਕਹੀਏ ਧਨ ਪਦਾਰਥ ਦਾ, ਵਿਸਥਾਰ ਕਹੀਏ ਫੈਲਾਓ ਕਰਨਾ। ਭਾਵ ਇਹ ਆ ਕਿ ਇੱਕ ਨਿਵਰਤੀ ਪੱਖ ਅਤੇ ਦੂਸਰਾ ਪ੍ਰਵਿਰਤੀ ਪੱਖ ਹੈ। ਉੱਜਲ ਬੁੱਧ ਵਾਲੇ ਪੁਰਖ ਪਰਮਾਤਮਾ ਕੋਲੋਂ ਇਹ ਮੰਗਦੇ ਹੈ ਕਿ ਇਹ ਪਰਮਾਤਮਾ ਜੇ ਸਾਨੂੰ ਨਿਵਰਤੀ ਦੇਣੀ ਹੈ ਤਾਂ ਇਹੋ ਜਿਹੀ ਨਿਵਰਤੀ ਦੇਣਾ ਕਰਕੇ ਅਸੀਂ ਸਭ ਨਾਲੋਂ ਅਸੰਗ ਹੋ ਜਾਈਏ ਅਤੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਾ ਫੁਰੇ, ਨਿਰਿਛਤ ਹੋ ਜਾਈਏ। ਅਤੇ ਮਹਾਰਾਜ ਜੇਕਰ ਸਾਨੂੰ ਤੂੰ ਪ੍ਰਵਿਰਤੀ ਵਿੱਚ ਹੀ ਪਾਉਣਾ ਹੈ, ਪ੍ਰਵਿਰਤੀ ਦੇਣੀ ਹੈ, ਤਾਂ ਕਹਿੰਦੇ ਫਿਰ ਧੰਨ ਐਸਵਰਜ ਦਾ ਐਸਾ ਵਿਸਥਾਰ ਕਰੋ, ਐਸਾ ਮਹਾਰਾਜ ਵਿਭੂਤੀ ਦਿਓ, ਅਸੀਂ ਜੋ ਵੀ ਇੱਛਾ ਕਰੀਏ ਸਾਨੂੰ ਪ੍ਰਾਪਤ ਹੋ ਜਾਵੇ। ਕਿਉਂਕਿ ਨਾ ਨਿਵਰਤੀ ਪੂਰੀ ਹੋਣੀ ਅਤੇ ਨਾ ਪ੍ਰਵਿਰਤੀ ਪੂਰੀ ਹੋਣੀ, ਐਵੇਂ ਤਾਂ ਵਿਚਾਲੇ ਜੇ ਅਟਕਣਾ ਸਾਨੂੰ ਚੰਗਾ ਨਹੀਂ ਲੱਗਦਾ। ਹਾਂਜੀ, ਜਿਵੇਂ ਸੁਥਰੇ ਜੀ ਦਾ ਕਥਨ ਹੈ, ਇੱਕੇ ਥਾਂ ਬਹੁਤਾ ਧਨ ਭਲਾ, ਇੱਕੇ ਭਲਾ ਗੋਬਿੰਦ। ਇੱਕੇ ਤਾਂ ਬਹੁਤਾ ਧਨ ਭਲਾ ਅਤੇ ਇੱਕ ਤਾਂ ਵੀ ਬਹੁਤਾ ਧਨ ਚੰਗਾ ਹੈ, ਜਾਂ ਫਿਰ ਇੱਕ ਗੋਬਿੰਦ ਪਰਮੇਸ਼ਰ ਦਾ ਨਾਮ ਜਪਣਾ ਚੰਗਾ। ਵਿੱਚ ਵਿਚਾਲੇ ਸੁਥਰਿਆ ਗੋਤੇ ਖਾਂਦੀ ਜਿੰਦ। ਜੇ ਵਿੱਚ ਵਿਚਾਲੇ ਨਾ ਪ੍ਰਵਿਰਤੀ ਪੂਰੀ ਹੋਵੇ, ਨਾ ਨਿਰਵਿਰਤੀ ਪੂਰੀ ਹੋਵੇ, ਨਾ ਵਿਸ਼ੇ ਵਿਕਾਰ ਹੀ ਜਾਣ, ਹਾਂਜੀ ਉੱਧਰੋਂ ਵੀ ਦੁਖੀ, ਨਾ ਐਸਵਰਜੀ ਪੂਰੀ ਹੋਵੇ, ਇਹ ਵਿੱਚ ਵਿਚਾਲੇ ਕਹਿੰਦੇ ਇਹ ਸੁਥਰਿਆ ਜਿਹੜੀ ਜਿੰਦ ਹੈ ਨਾ ਗੋਤੇ ਖਾਂਦੀ ਰਹਿੰਦੀ ਹੈ, ਭਾਵ ਕੁਝ ਵੀ ਨਹੀਂ ਪੂਰਾ ਹੁੰਦਾ। ਭਾਵ ਰਸਾਮ੍ਰਿਤ ਵੀ ਆਪਾਂ ਪੜ੍ਹਿਆ ਹੈ ਪੰਡਿਤ ਗੁਲਾਬ ਸਿੰਘ ਜੀ ਦਾ। ਉਹਨਾਂ ਨੇ ਕਿੱਡਾ ਸੋਹਣਾ ਸਵਈਆ ਲਿਖਿਆ ਸੀ ਕਿ ਕੈ ਮਹਿ ਮੰਡਲ ਰਾਜ ਦਜੈ, ਨਹਿ ਏਕ ਕਮੰਡਲ ਹੀ ਕਰ ਮਾਹੀ। ਇਹ ਪਰਮੇਸ਼ਰ ਕੈ ਦਾ ਅਰਥ ਜਾਂ ਦੇ ਮਹਿ ਮੰਡਲ ਧਰਤੀ ਮੰਡਲ ਦੇ ਵਿੱਚ ਰਾਜ ਦੇ ਦਿਓ, ਨਹਿ ਏਕ ਕਮੰਡਲ ਹੀ ਕਰ ਮਾਹੀ, ਨਹੀਂ ਤਾਂ ਕਹਿੰਦੇ ਇੱਕ ਕਮੰਡਲ ਦੇ ਦਿਓ ਹੱਥ ਦੇ ਵਿੱਚ ਲੈ ਕੇ ਤਪੱਸਿਆ ਕਰੀ। ਕਹਿ ਤਨ ਮਾਹੇ ਪਟੰਬਰ ਦੈ, ਜਾਂ ਤੇ ਰੇਸ਼ਮ ਦੇ ਸਰੀਰ ਉੱਤੇ ਕੱਪੜੇ ਦੇ ਦਿਓ, ਨਹਿ ਇੱਕ ਮ੍ਰਿਗੰਬਰ ਹੀ ਜਗ ਮਾਹੀ, ਨਹੀਂ ਤਾਂ ਇੱਕ ਮ੍ਰਿਗ ਦਾ ਅੰਬਰ, ਭਾਵ ਮ੍ਰਿਗਸ਼ਾਲਾ ਹੀ
ਸੰਸਾਰ ਵਿੱਚ ਦੇ ਦਿਓ ਲੈ ਕੇ ਤੇ ਉੱਤੇ ਬਹਿ ਕੇ ਤਪੱਸਿਆ ਕਰੀਏ। ਹਾਟਕ ਧਾਮ ਨਿਵਾਸ ਦਿਜੈ। ਕਹਿੰਦੇ ਇਹ ਪਰਮੇਸ਼ਰ ਜਾਂ ਤਾਂ ਸੋਨੇ ਦੇ ਘਰਾਂ ਵਿੱਚ ਨਿਵਾਸ ਦੇ ਦਿਓ, ਜੇ ਨਹੀਂ ਦੇਣਾ ਚਾਹੁੰਦੇ ਨਹਿ ਪਰਨ ਕੁਟੀ ਸੁਖ ਸੋ ਬਨ ਮਾਹੀ। ਨਹੀਂ ਤਾਂ ਫਿਰ ਕਹਿੰਦੇ ਪੱਤਿਆਂ ਦੀ ਇੱਕ ਕੁਟੀਆ ਦੇ ਦਿਓ ਜੰਗਲ ਦੇ ਵਿੱਚ, ਸੁੱਖ ਨਾਲ ਉਹਦੇ ਵਿੱਚ ਬਹਿ ਕੇ ਤਪ ਤਪੱਸਿਆ ਕਰਦੇ ਰਹੀਏ ਅਤੇ ਆਪਣਾ ਗੁਜ਼ਰ ਗੁਜ਼ਾਰਾ ਕਰੀਏ। ਦੋਨਾਂ ਨੂੰ ਮੈਂ ਪ੍ਰਭ ਏਕ ਦਿਜੈ। ਇਹ ਪਰਮੇਸ਼ਰ ਦੋਨਾਂ ਵਿੱਚ ਇੱਕ ਦੇ ਦੇ, ਜਾਂ ਤਾਂ ਪ੍ਰਵਿਰਤੀ ਵੱਲ ਦੇ ਦੇ ਭਾਵ, ਜਾਂ ਤਾਂ ਸੋਨੇ ਦੇ ਘਰ ਦੇ ਦੇ। ਹਾਂਜੀ, ਧਰਤੀ ਮੰਡਲ ਦਾ ਰਾਜ ਦੇ ਦੇ, ਸੋਹਣੇ ਸੋਹਣੇ ਵਸਤਰ ਦੇ ਦੇ। ਨਹੀਂ ਦੇ ਪ੍ਰਭੂ ਇੱਕ ਦੇ ਦੇ, ਹੱਥ 'ਚ ਕਮੰਡਲ ਦੇ ਦੇ, ਮ੍ਰਿਗਸ਼ਾਲਾ ਦੇ ਦੇ, ਪੱਤਿਆਂ ਦੀ ਕੁਟੀਆ ਦੇ ਦੇ, ਉਹ 'ਚ ਬਹਿ ਕੇ ਤਪੱਸਿਆ ਕਰੀਏ ਜੰਗਲ 'ਚ ਬੈਠ ਕੇ। ਦੋਨਾਂ ਨੂੰ ਪ੍ਰਭ ਏਕ ਦਿਜੈ, ਸਭ ਹੀ ਫਲ ਤੈ ਪਦ ਪੰਕਜ ਮਾਹੀ। ਇਹ ਪਰਮੇਸ਼ਰ ਸਾਰੇ ਫਲ ਤੇਰੇ ਚਰਨ ਕਮਲਾਂ ਵਿੱਚ ਹੀ ਹੈ, ਕੋਈ ਨਾ ਕੋਈ ਤਾਂ ਦੇ ਦਿਓ। ਸੋ ਇਸ ਪ੍ਰਕਾਰ ਨਿਵਿਰਤੀ ਅਤੇ ਪ੍ਰਵਿਰਤੀ ਬੁੱਧੀਵਾਨ ਪੁਰਖ ਚਾਹੁੰਦੇ। ਠੀਕ ਹੈ ਜੀ। ਨਿਰਮਲ ਮਤ ਅਤੇ ਮਾਨੀ ਪੁਰਖ। ਨਿਰਮਲ ਮਤ ਉੱਜਲ ਸਾਫ ਮਤ ਕਹੀਏ ਬੁੱਧੀ ਵਾਲਾ, ਅਕਲ ਵਾਲਾ ਭਾਵ ਸਮਝਦਾਰ, ਅਤੇ ਮਾਨੀ ਪੁਰਖ ਕਹੀਏ ਇੱਜ਼ਤ ਵਾਲਾ। ਜਿਹੜਾ ਮਾਨੀ ਪੁਰਖ ਸਤਿਕਾਰਯੋਗ ਪੁਰਸ਼ ਹੈ ਨਾ। ਹਾਂਜੀ, ਕਹਿੰਦੇ ਦੋ ਤਰ੍ਹਾਂ ਦੀ ਦੋਏ ਫਲ ਕੀਚ ਧਾਰ। ਦੋਏ ਤਰ੍ਹਾਂ ਦੀ ਇੱਛਾ ਕਾਮਨਾ ਚਾਹਨਾ ਧਾਰਦੇ ਆ, ਕਰਦੇ ਉਹ ਕੀ ਆ? ਸਰਬ ਸੰਗ ਨਿਰਵਿਰਤਾ। ਹਾਂਜੀ, ਅਤੇ ਸਭ ਨਾਲੋਂ ਬਿਲਕੁਲ ਅਸੰਗਤਾ, ਵਿਕਾਰਾਂ ਨਾਲੋਂ ਵੀ ਅਸੰਗਤਾ। ਹਾਂਜੀ, ਵੀ ਸਾਡਾ ਸੰਗ ਜਿਹੜਾ ਵਿਕਾਰਾਂ ਨਾਲ ਨਾ ਹੋਵੇ, ਸਾਰਿਆਂ ਤੋਂ ਨਿਰਲੇਪ ਰਹੀਏ, ਭਾਵੇਂ ਅਸੰਗ ਰਹੀਏ, ਇਕੱਲੇ ਰਹੀਏ। ਵਿਰਕਤੀ ਜੀਵਨ ਵਿੱਚ ਸਾਧੂ ਜੀਵਨ ਹੋਵੇ ਅਥਵਾ ਵਿਭੂਤ ਵਿਸਤਾਰ, ਜਾਂ ਫਿਰ ਇਹ ਪਰਮੇਸ਼ਰ ਬਹੁਤੀ ਜਿਹੜੀ ਹੈ ਨਾ ਵਿਭੂਤੀ, ਉਹਦਾ ਵਿਸਤਾਰ ਕਰ ਦਿਓ, ਫੈਲਾਓ ਕਰ ਦਿਓ, ਵਾਧਾ ਕਰ ਦਿਓ, ਬਹੁਲਤਾ ਕਰ ਦਿਓ, ਇੱਕ ਪਾਸੇ 'ਤੇ ਲੱਗ ਜਾਈਏ। ਹਾਂਜੀ, ਵੇਖੋ ਹੁਣ ਪ੍ਰਗਤੀ ਜੀਵਨ ਵਾਸਤੇ ਬੁੱਲੇ ਸ਼ਾਹ ਜੀ ਨੇ ਕਿਹਾ, ਬੁੱਲੇ ਸਾਈਂ ਉੱਥੇ ਰੱਖੀ ਜਿੱਥੇ ਵਸਣਾ ਨਹੀਂ, ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ। ਜਿੱਥੇ ਸਾਨੂੰ ਕੋਈ ਜਾਣਦਾ ਨਾ ਹੋਵੇ, ਨਾ ਸਾਡੀ ਮੰਨਦਾ ਹੋਵੇ, ਇਹ ਪਰਮੇਸ਼ਰ ਉੱਥੇ ਹੀ ਸਾਨੂੰ ਵਸਾ, ਜਿੱਥੇ ਇੰਨੇ ਹੀ ਹੋਣ, ਕੋਈ ਜਾਣੇ ਨਾ। ਭਾਵ ਉਹਦੇ ਵੀ ਇਹੋ ਜਿਹੀ ਜਾਤ ਵਿਰਾਗੀ ਕਰਦੇ, ਅਸੰਗ ਕਰਦੇ, ਵਿਰਕਤੀ ਜੀਵਨ ਬਖਸ਼ਦੇ। ਦੋਹਰਾ ਉਪਕਾਰੀ ਪਿਆਰੀ ਗਿਰਾ। ਸੰਤ ਜਿਹੜੇ ਹੈ ਦੂਜਿਆਂ ਦੇ ਵਾਸਤੇ, ਹਾਂਜੀ, ਦੂਜਿਆਂ ਦੇ ਭਲੇ ਦੀ ਅਤੇ ਮਿੱਠੀ ਬੋਲੀ ਬੋਲਦੇ। ਉਪਕਾਰੀ ਭਾਵ ਦੂਜੇ ਦੇ ਭਲੇ ਦੀ, ਉਪਕਾਰ ਕਰਨ ਵਾਲੀ। ਹਾਂਜੀ, ਅਤੇ ਪਿਆਰੀ ਪਿਆਰੀ ਮਿੱਠੀ ਜਿਹੜੀ ਹੈ ਗਿਰਾ ਬਾਣੀ ਬੋਲਦੇ। ਕਰੈ ਅਕਿਰਤਮ ਪ੍ਰੀਤ ਅਤੇ ਅਕਿਰਤਮ। ਅਕਿਰਤਮ ਕਹੀਏ ਕਿਰਤ, ਆ ਕਹੀਏ ਰਹਿਤ, ਜੇ ਕਿਰਤ ਤੋਂ ਰਹਿਤ ਭਾਵ ਕੀਤੀ ਨੂੰ ਨਾ ਜਾਣਨ ਵਾਲੇ। ਅਕਿਰਤ ਕਣ ਸ਼ੁਕਰੇ ਲੋਕ। ਅਕਿਰਤ ਕਣਾਂ ਨੂੰ ਪਾਲਦਾ ਪਰਮੇਸ਼ਰ ਵੀ, ਅਕਿਰਤ ਕਣਾਂ ਨੂੰ ਪਾਲਦਾ। ਕੋਈ ਭਾਵੇਂ ਕਰੇ ਜਾਂ ਨਾ ਕਰੇ, ਉਹ ਬਿਨਾਂ ਕਿਸੇ ਦੀ ਪ੍ਰੀਤੀ ਤੋਂ, ਕਿਸੇ ਨਾਲ ਜਿਹੜਾ ਪ੍ਰੀਤੀ ਕਰਦੇ। ਕਰੈ ਅਕਿਰਤਮ ਪ੍ਰੀਤ। ਅਕਿਰਤਮ ਕਹੀਏ ਨਸ਼ੁਕਰੇ ਲੋਕ, ਨਸ਼ੁਕਰਿਆਂ ਨਾਲ ਵੀ ਪਿਆਰ ਕਰਦੇ ਆ। ਸੰਤਾਂ ਦੇ ਲੱਛਣ ਦੱਸਦੇ, ਮਹਾਤਮਾ ਦੇ ਲੱਛਣ ਦੱਸਣ ਦੇ। ਸੰਤਨ ਇਹੀ ਸੁਭਾਵ ਹੈ, ਕਹਿੰਦੇ ਸੰਤਾਂ ਦਾ ਇਹੀ ਉੱਚਾ ਸੁੱਚਾ ਮੁੱਢ ਹੀ ਸੁਭਾਅ ਹੈ ਮਹਾਂਪੁਰਸ਼ਾਂ ਦਾ। ਕਿਉਂਕਿ ਇਹ ਸੰਤਾਂ ਦਾ ਇਹ ਸੁਭਾਅ ਹੈ, ਉਹ ਕਦੀ ਨਹੀਂ ਚਾਹੁੰਦੇ ਵੀ ਅਸੀਂ ਵੀ ਬਦਲਾ ਲਈਏ। ਹਾਂਜੀ, ਅਤੇ ਉਹ ਇਹੋ ਜਿਹੀ ਬਿਰਤੀ ਨਹੀਂ ਰੱਖਦੇ। ਸੰਤਨ ਇਹੀ ਸੁਭਾਅ, ਸੰਤਾਂ ਦਾ ਇਹੀ ਸੁਭਾਅ ਹੁੰਦਾ। ਸਤ ਸੀਤਲ ਕਿਨ ਕੀਤ। ਕਹਿੰਦੇ ਭਲਾ ਵੀ ਚੰਦਰਮਾ ਨੂੰ ਕਿਸ ਨੇ ਠੰਡਾ ਕੀਤਾ ਹੈ, ਕਿਵੇਂ ਹੀ ਸਸ ਸੀਤਲ ਕਿਨ ਕੀਤ। ਕਿਨ ਕਹੀਏ ਕਿਸ, ਕਿਹਨੇ ਕੀਤਾ ਹੈ? ਸਸ ਚੰਦਰਮਾ
ਚੰਦਰਮਾ ਚੰਦਰਮਾ ਸੀਤਲ ਕਿਹਨੇ ਕੀਤਾ ਹੈ, ਠੰਡਾ ਕਿਹਨੇ ਕੀਤਾ ਹੈ। ਹਾਂਜੀ, ਮਹਾਂਪੁਰਸ਼ਾਂ ਦਾ ਸੰਤਾਂ ਦਾ ਸੁਭਾਅ ਆ ਕਿ ਨਸ਼ੁਕਰਿਆਂ ਲੋਕਾਂ ਦਾ ਵੀ ਉਹ ਭਲਾ ਹੀ ਮਨਾਉਂਦੇ ਆ। ਮਹਾਂਪੁਰਸ਼ ਉਪਕਾਰੀ ਪਿਆਰੀ ਗਰਾ ਸੰਤ ਜਨਾਂ ਦੇ ਲੱਛਣ ਦੱਸਦੇ ਆ, ਸੁਭਾਅ ਦੱਸਦੇ ਆ ਕਿ ਸੰਤ ਜਨਾਂ ਦਾ ਸਦਾ ਹੀ ਉਪਕਾਰੀ, ਦੂਜਿਆਂ ਦਾ ਭਲਾ ਕਰਨ, ਪਰਾਇਆਂ ਦਾ ਭਲਾ ਕਰਨ ਵਾਲਾ ਸੁਭਾਅ ਹੁੰਦਾ। ਫਿਰ ਸੰਤ ਪਰਉਪਕਾਰੀ, ਗੁਰੂ ਪਿਆਰੇ, ਜਨ ਪਰਉਪਕਾਰੀ ਆਏ। ਹਾਂਜੀ, ਮਤਲਬ ਬਿਨਾਂ ਕਿਸੇ ਮਤਲਬ ਤੋਂ, ਬਿਨਾਂ ਸਵਾਰਥ ਤੋਂ ਉਹ ਦੂਜਿਆਂ ਦਾ ਭਲਾ ਕਰਦੇ, ਉਪਕਾਰੀ ਸੁਭਾਅ ਹੁੰਦਾ ਹੈ। ਫਿਰ ਉਹਨਾਂ ਦਾ ਪਿਆਰੀ ਗਿਰਾ, ਪਿਆਰੀ ਮਿੱਠੀ ਉਹਨਾਂ ਦੀ ਬੋਲੀ ਹੁੰਦੀ ਹੈ। ਗਿਰਾ ਕੀ ਬਾਣੀ ਹੁੰਦੀ ਹੈ, ਮਿੱਠੀ ਬਾਣੀ ਬੋਲਦੇ ਹੈ। ਇੱਥੋਂ ਤੱਕ ਵੀ ਮਹਾਂਪੁਰਸ਼ਾਂ ਦਾ ਸੁਭਾਅ ਕਰ ਅਕਿਰਤਮ ਭਰੀ। ਜਿਹੜੇ ਅਕਿਰਤਕਾਂ ਲੋਕ ਹੈ ਨਾ, ਕਿਸੇ ਨਾਲ ਪ੍ਰੀਤੀ ਪ੍ਰੇਮ ਨਹੀਂ ਕਰਦੇ, ਕਿਸੇ ਨਾਲ ਪ੍ਰੀਤੀ ਨਾ ਕਰਨ ਵਾਲੇ, ਉਹਨਾਂ ਨਾਲ ਹੀ ਸੰਤ ਪ੍ਰੀਤ ਕਰਦੇ, ਪ੍ਰੇਮ ਕਰਦੇ। ਹਾਂਜੀ, ਕਰੈ ਅਕਿਰਤਮ, ਕਿਰਤਮ ਨਾਮ ਦਾ, ਕਿਰਤ ਦਾ, ਆ ਨਾਮ ਆਉਂਦਾ ਰਹਿ ਦਾ। ਕਿਸੇ ਕਿਰਤ ਤੋਂ ਬਿਨਾਂ, ਕਿਸੇ ਕੰਮ ਤੋਂ ਬਿਨਾਂ, ਭਾਵ ਬਿਨਾਂ ਸਵਾਰਥ ਦੇ ਸੰਤ ਪ੍ਰੀਤੀ ਕਰਦੇ ਆ। ਅੱਜ ਕੱਲ੍ਹ ਵਰਗੇ ਸੰਤ ਨਹੀਂ ਜਿਹੜੇ ਵੀ ਆਖੇ ਨਾ ਲੱਗਾ ਮੰਨੀ ਨਾ ਤੇ ਕਹਿੰਦੇ ਭੱਜ ਹੀ ਜਾ ਇੱਥੋਂ, ਡੇਰਾ ਛੱਡ ਕੇ, ਇੱਥੇ ਨਹੀਂ ਵੜਨਾ ਚਾਹੀਦਾ ਤੂੰ। ਉਹਨਾਂ ਦਾ ਮਤਲਬ ਭਲਾ ਹੀ ਕਰਨਾ ਮਹਾਂਪੁਰਸ਼ਾਂ ਦਾ ਹੁੰਦਾ ਸੁਭਾਅ। ਅਕਿਰਤਮ ਕਹੀਏ ਨਸ਼ੁਕਰੇ ਲੋਕ, ਅਕਿਰਤਮ ਕਹੀਏ ਕਿਰਤ ਤੋਂ ਬਿਨਾਂ, ਬਿਨਾਂ ਭਾਵ ਕੰਮ ਤੋਂ ਬਿਨਾਂ, ਸਵਾਰਥ ਤੋਂ ਪ੍ਰੀਤੀ ਕਰਦੇ। ਜਾਂ ਕੰਮ ਤੋਂ ਬਿਨਾਂ ਵੀ ਜਿਹੜੇ ਲੋਕ ਹੈ ਨਾ, ਜਿਹੜੇ ਸੰਤਾਂ ਦਾ ਕੋਈ ਕੰਮ ਨਹੀਂ ਕਰਦੇ, ਉਹਨਾਂ ਨਾਲ ਵੀ ਸੰਤ ਪ੍ਰੀਤੀ ਕਰਦੇ। ਸੰਤ ਨੇ ਇਹੀ ਸੁਭਾਅ ਹੈ, ਸੰਤਾਂ ਦਾ ਇਹੀ ਜਿਹੜਾ ਸੁਤੇ ਸੇ ਦੀ ਨੇਕੀ ਵਾਲਾ ਸੁਭਾਅ, ਪਰਉਪਕਾਰੀ ਮਿੱਠਾ ਸੁਭਾਅ ਹੈ, ਜੋ ਕਿਸੇ ਦਾ ਬਣਾਇਆ ਹੋਇਆ ਨਹੀਂ। ਸੰਤਾਂ ਦਾ ਇਹੋ ਜਿਹਾ ਸੁਭਾਅ ਪਰਮੇਸ਼ਰ ਵੱਲੋਂ ਹੀ ਆ, ਮੁੱਢ ਕਦੀਮੀ ਸੁਭਾਅ ਉਹਨਾਂ ਦਾ। ਸੱਸ ਸੀਤਲ ਕਿਨ ਕੀਤ, ਕਹਿੰਦੇ ਵੀ ਜਿਵੇਂ ਵੇਖੋ ਜਿਹੜਾ ਸੱਸ ਚੰਦਰਮਾ ਆ, ਉਹ ਸੀਤਲ ਹੈ, ਠੰਡਾ ਆ। ਕਿਨ ਕੀਤ, ਕਿਹਨੇ ਕੀਤਾ, ਉਹ ਕਿਸ ਨੇ ਕੀਤਾ, ਭਾਵ ਚੰਦਰਮਾ ਸੁਤੇ ਸੇਧੀ ਠੰਡਾ ਹੈ, ਪਰਮੇਸ਼ਰ ਵੱਲੋਂ ਹੀ। ਤਿਵੇਂ ਸੰਤ ਜਨ ਵੀ ਪਰਉਪਕਾਰੀ, ਮਿੱਠੀ ਬੋਲੀ, ਅਕਿਰਤ ਘਣਾ ਨਾਲ ਪ੍ਰੇਮ ਕਰਨ ਵਾਲੇ, ਇਹ ਸੰਤ ਜਨਾਂ ਦਾ ਸੁਤੇ ਸੇਧੀ ਸੁਭਾਅ ਹੈ। ਸੰਤ ਜਨ ਇਹੀ ਚਾਹੁੰਦੇ ਹਨ ਕਿ ਜਿਸ ਪ੍ਰਕਾਰ ਅਸੀਂ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਹੋਏ ਹਾਂ, ਇਸ ਤਰ੍ਹਾਂ ਸਾਰਾ ਸੰਸਾਰ ਹੀ ਨਾਮ ਜਪ ਕੇ ਸੁਖੀ ਹੋ ਜਾਵੇ। ਜਿਹੜਾ ਵੀ ਉਹਨਾਂ ਦੇ ਕੋਲ ਆਉਂਦਾ, ਉਹਨਾਂ ਨੂੰ ਉਪਦੇਸ਼ ਦੇ ਕੇ ਜੰਮਣ ਮਰਨ ਦੇ ਦੁੱਖਾਂ ਤੋਂ ਛੁਡਾ ਲੈਂਦੇ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਇਹ ਸੰਤ ਮਹਾਨ ਹੁੰਦੇ। ਉਹ ਮਾੜੇ ਨਸ਼ੁਕਰਿਆਂ ਲੋਕਾਂ ਦਾ ਭਲਾ ਕਰਦੇ, ਉਪਕਾਰੀ ਸੁਭਾਅ, ਮਿੱਠੀ ਬੋਲੀ ਹੈ, ਕਿਰਤ ਘਣਾ ਨੂੰ ਪਾਲਦੇ। ਸੋ ਤਰ ਕੋ ਇੱਕ ਕਹੂ ਹੋਵੈ, ਦ੍ਰਿਸ਼ਟਾਂਤ ਰੂਪ ਵਿੱਚ ਕਥਨ ਕਰਦੇ। ਸੋ ਕਹੀਏ ਉਹ ਤਰ ਕਹੀਏ ਬ੍ਰਿਸ਼, ਕਹੂੰ ਕਹੀਏ ਕਿਤੇ, ਉਹ ਬ੍ਰਿਸ਼ ਕਿਤੇ, ਕੋ ਇੱਕ ਕਹੀਏ ਕੋਈ ਇੱਕ ਵਿਰਲਾ ਹੀ ਹੁੰਦਾ ਹੈ। ਹਾਂਜੀ, ਜਾਂ ਹੋਇਆ ਕਹੀ ਹੋਵੇਗਾ, ਜਹ ਕਰਿੰਦ ਆਸਰਿਸ਼, ਜਹ ਕਹੀਏ ਜਿਸ ਬ੍ਰਿਸ਼ ਦੇ ਆਸਰਿਸ਼ ਕਹੀਏ, ਆਸਰੇ ਕੋਈ, ਕਰਿੰਦ ਕਹੀਏ ਕਰ ਇੰਦ, ਕਰੀ ਨਾਮ ਹੁੰਦਾ ਹਾਥੀ ਦਾ, ਕਰ ਇੰਦ। ਹਾਂਜੀ, ਕਰ ਇੰਦ ਕਹੀਏ, ਕਰਿੰਦ ਕਹੀਏ ਹਾਥੀ ਬੰਨਿਆ ਜਾਵੇ। ਸੋ ਤਰ ਕੋਈ ਕਹੂੰ ਹੋਵੇ, ਉਹ ਕਹਿੰਦੇ ਬ੍ਰਿਸ਼ ਕੋਈ ਕਹੀਏ ਕੋਈ, ਕਹੂੰ ਕਹੀਏ ਕਿਤੇ, ਹੋਇਆ ਕਹੀਏ ਹੈ, ਜਾਂ ਉਹ ਕਿਤੇ ਕਿਤੇ ਹੋਵੇਗਾ। ਜੇ ਕਰਿੰਦ ਕਹੀਏ ਜਿਸ ਦੇ ਨਾਲ, ਕਰਿੰਦ ਹਾਥੀ ਜਿਹੜਾ, ਜਿਸ ਆਸਰਿਸ਼ ਕਹੀਏ ਜਿਸ ਦੇ ਆਸਰੇ ਹਾਥੀ ਬੰਨਿਆ ਜਾਂਦਾ। ਬਨ ਬਨ ਮੈਂ ਬਨ ਚਰਨ ਕੇ, ਕਿਉਂਕਿ ਬਨ ਬਨ ਕੇ ਜੰਗਲਾਂ ਜੰਗਲਾਂ ਦੇ ਮੈਂ ਕਹੀਏ ਵਿੱਚ, ਬਨ ਚਰਨ ਕਹੀਏ ਬਾਂਦਰਾਂ ਕੇ, ਕਹੀਏ ਬਾਂਦਰਾਂ ਦੇ ਵਾਸ ਯੋਗ ਬਹੁ ਬ੍ਰਿਸ਼, ਬਾਂਦਰਾਂ ਦੇ ਵਾਸ ਕਹੀਏ ਵਸਣ ਯੋਗ ਲਾਇਕ ਬਹੁਤ ਬ੍ਰਿਸ਼ ਰੁੱਖ ਹਨ। ਕਿਉਂਕਿ ਬਾਂਦਰ ਤਾਂ ਟਪੂਸੀਆਂ ਮਾਰ ਕੇ ਕਦੇ ਕਿਸੇ ਬ੍ਰਿਸ਼ ਦੇ, ਕਦੇ ਕਿਸੇ ਬ੍ਰਿਸ਼ ਦੇ ਚਲਿਆ ਜਾਂਦਾ, ਪਰ ਹਾਥੀ ਕਿਸੇ ਵਿਰਲੇ ਰੁੱਖ ਨਾਲ ਹੀ ਬਚ ਸਕਦਾ, ਜਿਵੇਂ ਬੋਹੜ, ਪਿੱਪਲ ਆਦਿ ਭਾਰੇ ਭਾਰੇ ਬ੍ਰਿਸ਼। ਨਹੀਂ ਤੇ ਮੋਟੇ ਮੋਟੇ ਨੂੰ ਹਾਥੀ ਪੁੱਟ ਕੇ ਲੈ ਜਾਂਦਾ ਜਾਂ ਤੋੜ ਭੰਨ ਦਿੰਦਾ। ਬੋਹੜ ਉੱਚਾ ਹੁੰਦਾ, ਥੱਲੇ ਬੰਨਿਆ ਜਾਵੇ, ਬੋਹੜ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਹਾਥੀ, ਨਹੀਂ ਤਾਂ ਸੁੰਡ ਨਾਲ ਹੀ ਤੋੜ ਤੋੜ ਕੇ ਤੇ ਤਹਿਸ ਨਹਿਸ ਕਰੀ ਜਾਂਦਾ ਹੁੰਦਾ। ਸੋ ਤਾਰ ਕੋਇਕ ਕਹੂੰ ਹੋਵੇ।
ਹੈ ਦੀ ਥਾਂ ਹੈ ਪਾਠ ਵੀ ਹੈ ਵੀ ਸੋ ਦਾ ਜਿਹੜਾ ਬ੍ਰਿਸ਼ ਆ ਕੋ ਇੱਕ ਕਹੀਏ ਕੋਈ ਇੱਕ ਜਾਂ ਕੋਈ ਕਹੂੰ ਕਹੀਏ ਕਿਤੇ ਹੀ ਹੈ ਮਤਲਬ ਕੋ ਇੱਕ ਕਹੀਏ ਕੋਈ ਬਿਰਲਾ ਇੱਕ ਅੱਧਾ ਹੀ ਕਹੂੰ ਕਿਤੇ ਹੈ ਬ੍ਰਿਸ਼ ਜੇ ਕਹੀਏ ਜਿਸ ਦੇ ਨਾਲ ਆਸਰੇ ਕਹੀਏ ਸਹਾਰੇ ਆਸਰੇ ਆਧਾਰ 'ਤੇ ਕਰਿੰਦ ਜਿਹੜਾ ਹਾਥੀ ਹੈ ਜਿਹੜਾ ਕਰੀ ਨਾਮ ਛੋਟੇ ਹਾਥੀ ਦਾ ਹੁੰਦਾ ਕਰਿੰਦ ਭਾਵ ਕਰ ਇੰਦ ਛੋਟੇ ਹਾਥੀ ਦਾ ਰਾਜਾ ਵੱਡਾ ਭਾਵ ਵੱਡਾ ਹਾਥੀ ਜਿਸ ਦੇ ਆਸਰੇ ਵੱਡਾ ਹਾਥੀ ਬਣਿਆ ਜਾਏ ਜਿਸ ਦੇ ਆਸਰੇ ਵੱਡਾ ਹਾਥੀ ਠਹਿਰ ਸਕੇ ਜਿਸ ਦੇ ਆਸਰੇ ਕਹੀਏ ਜਿਹੜਾ ਠਹਿਰਦਾ ਕਰਿੰਦ ਕਹੀਏ ਹਾਥੀ ਬਾਨ ਮੈਂ ਬਨ ਚਰਨ ਕੇ ਪਰ ਕਹਿੰਦੇ ਵੇਖੋ ਬਾਨ ਜੰਗਲਾਂ ਦੇ ਵਿੱਚ ਬਨ ਚਰਨ ਜੰਗਲ ਵਿੱਚ ਬਾਨ ਨਾਮ ਹੁੰਦਾ ਜੰਗਲ ਦਾ ਚਰਨ ਹੁੰਦਾ ਨਾਮ ਵਿਚਰਨ ਦਾ ਜੰਗਲ ਵਿੱਚ ਵਿਚਰਨ ਵਾਲਾ ਫਿਰਨ ਵਾਲਾ ਜੀਵ ਬਾਂਦਰ ਸਾਰੇ ਹੀ ਬਨ ਚਰਨ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਹਾਂ ਜਿਹੜਾ ਜੰਗਲ ਵਿੱਚ ਵਿਚਰਨ ਵਾਲਾ ਇੱਥੇ ਉਹ ਬਾਂਦਰ ਦਾ ਵਾਚਕ ਹੈ ਬਨ ਜੰਗਲ ਵਿੱਚ ਬਾਂਦਰਾਂ ਦੇ ਵਾਸ ਯੋਗ ਲਾਇਕ ਰਹਿਣ ਵਾਸਤੇ ਬਹੁਤ ਬ੍ਰਿਸ਼ ਹੈ ਦੋਹਰਾ ਜੋ ਜਨ ਕੇ ਬੰਧਨ ਹਰੈ ਜਿਹੜਾ ਉੱਪਰ ਦੋਹਰਾ ਆਪਾਂ ਪੜ੍ਹਿਆ ਉਹ ਪਹਿਲਾਂ ਦੋਹਰਾ ਦ੍ਰਿਸ਼ਟਾਂਤ ਹੈ ਮਾਨੋ ਹੁਣ ਦਾ ਦ੍ਰਿਸ਼ਟਾਂਤ ਦੇ ਲੱਗੇ ਜੋ ਜਨ ਕੇ ਬੰਧਨ ਹਰੈ ਇਸ ਤਰੀਕੇ ਨਾਲ ਜੋ ਕਹੀਏ ਜਿਹੜਾ ਜਨ ਮਨੁੱਖ ਜਿਹੜਾ ਜਨ ਕਹੀਏ ਮਨੁੱਖ ਜਨ ਕਹੀਏ ਮਨੁੱਖਾਂ ਦੇ ਬੰਧਨ ਕਹੀਏ ਜੰਜਾਲ ਬੰਧਨ ਉਹ ਕਿਹੜੇ ਜੰਮਣ ਮਨ ਰੂਪੀ ਜੰਜਾਲ ਬੰਧਨਾਂ ਨੂੰ ਹਰੇ ਕਹੀਏ ਹਰਦਾ ਨਾਸ ਕਰਦਾ ਦੂਰ ਕਰਦਾ ਸੋ ਸਾਧੂ ਕਹੂੰ ਏਕ ਕਹਿੰਦੇ ਉਹ ਜਿਹੜਾ ਸਾਧੂ ਕਹੂੰ ਕਹੀਏ ਕਿਤੇ ਇੱਕ ਅੱਧਾ ਹੀ ਆ ਕਿਤੇ ਵਿਰਲਾ ਹੀ ਹੁੰਦਾ ਪਾ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਮਹਾਤਮਾ ਕੋਈ ਵਿਰਲਾ ਹੀ ਹੁੰਦਾ ਨਹੀਂ ਤੇ ਬਾਹਰ ਨਾਰਸ ਕੇ ਠੱਗ ਢੰਡਰੀਆਂ ਵਾਲੇ ਵਰਗੇ ਇਕੱਠੇ ਹੋਏ ਜਿਨ੍ਹਾਂ ਨੇ ਭਨਿਆਰੇ ਵਰਗੇ ਰਾਮ ਰਹੀਮ ਵਰਗੇ ਇਹ ਠੱਗ ਚੋਰ ਇਕੱਠੇ ਹੋਏ ਹੋਰ ਵੀ ਜਿਨ੍ਹਾਂ ਦੇ ਨਾਮ ਨਹੀਂ ਪ੍ਰਗਟ ਉਹ ਵੀ ਠੱਗ ਇਕੱਠੇ ਹੋਏ ਜੋ ਜਾਣ ਕੇ ਕਹੀਏ ਮਨੁੱਖਾਂ ਦੇ ਬੰਦਿਆਂ ਦੇ ਜਨਾਂ ਦੇ ਬੰਧਨ ਜਾਂ ਮਨ ਮਾਰ ਰੂਪੀ ਉਹ ਮਮਤਾ ਦੇ ਬੰਧਨ ਹਰੇ ਨਾਸ ਕਰਦੇ ਹੈ ਦੂਰ ਕਰਦੇ ਸੋ ਸਾਧੂ ਉਹ ਸਾਧੂ ਕਹੂੰ ਕਹੀਏ ਕਿਤੇ ਇੱਕ ਅੱਧਾ ਹੀ ਕੋਈ ਵਿਰਲਾ ਹੀ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੀ ਕੇ ਹਾਇਣ ਵਿਰਲੇ ਨਾਹੀ ਘਣੇ ਕਰਮ ਕਿਰਿਆ ਜੋੜਨ ਵਿਖੇ ਕਿਉਂਕਿ ਜਿਹੜੇ ਆਮ ਆ ਨਾ ਪਖੰਡੀ ਲੋਕ ਉਹ ਕਰਮ ਕਾਂਡਾਂ ਦੀ ਕਿਰਿਆਵਾਂ ਦੇ ਵਿੱਚ ਜੋੜਨ ਵਾਲੇ ਹੈ ਤੇ ਜਨ ਸਮਰੱਥ ਅਨੇਕ ਜਨ ਇਹੋ ਜਿਹੇ ਜਨ ਅਨੇਕਾਂ ਇਹੋ ਜਿਹੇ ਨਾ ਕਰਮ ਕਿਰਿਆ ਜੋੜਨ ਵਾਲੇ ਸਮਰੱਥ ਜਿਹੜੇ ਪਖੰਡੀ ਲੋਕ ਹੈ ਜਨਾਂ ਨੂੰ ਜੋੜਨ ਵਾਲੇ ਅਨੇਕਾਂ ਬਹੁਤ ਇਹੋ ਜਿਹੇ ਤੁਰੇ ਫਿਰਦੇ ਸਾਧੂ ਭਾਵ ਯਥਾਰਥ ਗਿਆਨ ਦਾ ਉਪਦੇਸ਼ ਕਰਨ ਵਾਲਾ ਮਹਾਤਮਾ ਕੋਈ ਵਿਰਲਾ ਹੀ ਹੁੰਦਾ ਹੈ ਕਰਮ ਉਪਾਸਨਾ ਵਿੱਚ ਜੋੜਨ ਵਾਲੇ ਪੁਰਖ ਬਹੁਤ ਹਨ ਤਵੀਤ ਕਰ ਲਓ ਇੱਦਾਂ ਕਰ ਲਓ ਉੱਦਾਂ ਕਰ ਲਓ ਇਹ ਕਰ ਲਓ ਗੁਰੂ ਕੀ ਸੇਵਾ ਵੀ ਮਹਾਨ ਆ ਇੱਥੇ ਕੋਈ ਇਹ ਨਾ ਸ਼ੰਕਾ ਕਰੇ ਵੀ ਮੈਂ ਨਿਸ਼ਰਦਕ ਹਾਂ ਮਤਲਬ ਸਾਡੇ ਵਰਗੇ ਕੋਈ ਆ ਗਿਆ ਸਾਨੂੰ ਕੋਈ ਸੰਤ ਕਿਸੇ ਨੇ ਕਹਿ ਤਾ ਅਸੀਂ ਕਹਿਣਾ ਸੇਵਾ ਕਰੋ ਉਹ ਕਰੋ ਜੇ ਕਰੋ ਇਹ ਤਾਂ ਸੁਤੇ ਸੇਧੀ ਵੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤੀ ਹੋਣੀ ਜਿਹਨੇ ਸੇਵਾ ਕਰਨੀ ਉਹਨੂੰ ਫਲ ਤਾਂ ਮਿਲਣਾ ਹੀ ਮਿਲਣਾ ਮਤਲਬ ਜਿਹੜਾ ਆਤਮ ਗਿਆਨੀ ਬਣਾ ਦੇਵੇ ਨਾ ਸੰਤ ਐਸਾ ਗੁਣੀ ਗਿਆਨੀ ਅੰਦਰੂਨੀ ਤਾਕਤ ਵਾਲਾ ਹੋਵੇ ਉਹ ਕੋਈ ਬਿਰਲਾ ਹੀ ਹੈ ਕਰਮ ਕਿਰਿਆ ਤੁਸੀਂ ਆਹ ਕਰੋ ਜੇ ਕਰੋ ਇਹੋ ਜਿਹੇ ਕਰਮਾਂ ਕਿਰਿਆ ਵਿੱਚ ਜੋੜਨ ਵਾਲਾ ਧਰਮ ਦੇ ਨਾਂ 'ਤੇ ਬਹੁਤ ਇਹੋ ਜਿਹੇ ਅਨੇਕਾਂ ਪਖੰਡੀ ਸਾਧੂ ਇਕੱਠੇ ਹੋਏ
ਜਨ ਸਮਰੱਥ ਅਨੇਕ, ਪਰ ਜਨਾਂ ਨੂੰ ਸਮਰੱਥਾ ਬਖਸ਼ਣ ਵਾਲਾ, ਆਤਮ ਗਿਆਨ ਬਖਸ਼ਣ ਵਾਲਾ ਉਹ ਆਨ ਏਕ। ਏਕ ਭਾਵ ਏਕ, ਏਕਤਾ, ਏਕ ਤੋਂ ਆਨ ਕਹੀਏ ਰਹਿਤ, ਇੱਕ ਤੋਂ ਵੀ ਰਹਿਤ ਆ, ਭਾਵ ਅੱਧਾ ਹੀ ਆ, ਕੋਈ ਇੱਕ ਅੱਧਾ, ਕੋਈ ਵਿਰਲਾ ਹੀ ਹੈ। ਜਨਾਂ ਨੂੰ ਸਮਰੱਥ ਕਰਨ ਵਾਲਾ ਕੋਈ ਇੱਕ ਅੱਧਾ ਹੀ ਹੈ, ਨਹੀਂ ਤੇ ਅਨੇਕਾਂ ਕਰਮ ਕਿਰਿਆ ਵਿੱਚ ਜੋੜਨ ਵਾਲੇ ਹੀ ਹੈ, ਪਖੰਡਾਂ ਵਿੱਚ ਜੋੜਨ ਵਾਲੇ ਹੀ ਹੈ। ਉਹਨਾਂ ਦੇ ਪੱਲੇ ਕੱਖ ਨਹੀਂ ਛੱਡਣ ਵਾਲੇ, ਇਹੋ ਜਿਹੇ ਤੁਰੇ ਫਿਰਦੇ ਬਹੁਤੇ। ਕਰਮ ਕਾਂਡਾਂ ਦੇ ਵਿੱਚ ਧਨ ਇਕੱਠਾ ਕਰਨ ਵਾਲੇ, ਪੇਟ ਪੂਰਾ ਕਰਨਾ, ਇਸ ਤਰ੍ਹਾਂ ਦੇ ਕੰਮਾਂ ਵਿੱਚ ਬਤਲਾਉਣ ਵਾਲੇ ਬਥੇਰੇ ਆ। ਕੋਈ ਗੱਲ ਨਹੀਂ ਆ, ਮਤਲਬ ਕਰਮ ਕਿਰਿਆ ਇੱਦਾਂ ਹੀ ਸਮਝ ਲਓ, ਬਾਬਾ ਜੀ ਸਾਡਾ ਕੰਮ ਨਹੀਂ ਬਣਦਾ, ਅਮੈਰੀਕਾ ਜਾਣਾ ਚਾਹੁੰਦੇ, ਹਾਂ 30 ਦਿਨ ਸੇਵਾ ਕਰੋ, 40 ਦਿਨ ਸੇਵਾ ਕਰੋ, 9000 ਸਾਨੂੰ ਦਿਓ, ਪਾਠ ਕਰੀਏ ਤੁਹਾਡਾ ਇਹ ਕਰੀਏ ਉਹ ਕਰੀਏ, ਤੁਹਾਡਾ ਕੰਮ ਬਣ ਜੂਗਾ, ਤੁਸੀਂ ਕੰਮ ਤੁਹਾਡੀ ਚੜ੍ਹਦੀ ਕਲਾ ਹੋ। ਇਹੋ ਜਿਹੇ ਸੰਤ ਤੇ ਹੋਣਾ ਸਾਰੇ ਪਿੰਡ ਮਿਲਦੇ, ਪਿੰਡ ਮਿਲਦੇ, ਡੇਰੇ 'ਚ ਮਿਲਦੇ ਇਹੋ ਜਿਹੇ ਸੰਤ। ਪਰ ਉਹ ਸੰਤ ਨਹੀਂ ਹੈਗੇ ਜਿਹੜੇ ਇਹ ਕਹਿਣ ਭਾਈ ਤੂੰ ਕਰਨਾ ਕੀ ਬਾਹਰ ਜਾ ਕੇ, ਦੱਸ ਕੀ ਕਰੇਗਾ, ਜਾਂ ਤੂੰ ਮਾਇਆ ਕਮਾ ਕੇ ਕੀ ਕਰੇਗਾ, ਪਰਮਾਰਥ ਦਾ ਰਾਹੀ ਬਣ। ਚੱਲ ਠੀਕ ਹੈ, ਜੇ ਤੂੰ ਕਰਮ ਤੇਰੇ ਪ੍ਰਾਲਬਧ ਕਰਕੇ ਤੂੰ ਦੇਸ਼ ਵਿਦੇਸ਼ 'ਚ ਵੀ ਜਾਣਾ ਵੀ ਜਾ, ਪਰ ਯਾਦ ਰੱਖੀ ਆਪਣਾ ਨਿਤਨੇਮ ਨਾ ਟੁੱਟ, ਅਭਿਆਸੀ ਬਣ, ਸਿਮਰਨ ਕਰ, ਕਿਰਤ ਕਮਾਈ ਵੱਲ ਧਿਆਨ ਦਿੰਦਾ ਗੁਰੂ ਦਾ ਨਾਮ ਜਪ, ਪਰਮਾਰਥ ਲੇਖੇ ਲੱਗਣਾ ਹੈ। ਮਤਲਬ ਇਹ ਬਹੁਤ ਵਿਰਲੇ ਹੈ। ਬਾਬਾ ਜੀ ਕੰਮ ਨਹੀਂ ਬਣਦਾ, ਹਾਂ ਬਣ ਜੂਗਾ, ਅਰਦਾਸ ਕਰੋ ਬਸ। ਉਹਨੂੰ ਇੱਕ ਸਿੱਖਿਆ ਨਹੀਂ ਦੇਣੀ, ਤੂੰ ਕੇਸਾਧਾਰੀ ਹੋ, ਗੁਰੂ ਵਾਲਾ ਬਣ, ਆਖਰਕਾਰ ਪਰਮੇਸ਼ਰ ਗੁਰੂ ਨੇ ਆਪਣੇ ਕੰਮ ਆਉਣਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਹ ਸਿੱਖਿਆ ਕਿਹੜੇ ਸੰਤ ਦਿੰਦੇ, ਅਸੀਂ ਤੇ ਵੇਖਦੇ ਹਾਂ ਉਹਨੇ ਬਹੁਤ ਘੱਟ ਦਿੰਦੇ। ਵੈਸੇ ਵੀ ਜਿਹੜਾ ਕੋਈ ਮਾਇਆਧਾਰੀ ਉਹਦੇ ਹੱਥ ਰੱਖ ਦੇਣਾ ਸਿਰ ਦੇ ਉੱਪਰ, ਜਿਹੜਾ ਕੋਈ ਬਾਣੇ ਵਾਲਾ ਸਿੱਖ ਆ ਉਹਨੂੰ ਤਾਂ ਵੇਖਣ ਤੱਕ ਨਹੀਂ, ਉਹਦੇ 'ਤੇ ਅੱਖਾਂ ਕੱਢਦੇ ਬਾਬੇ ਅੱਜ ਕੱਲ੍ਹ ਦੇ ਵੀ ਇਹ ਉਹੀ ਹੈ ਜਿਹਦੇ ਰਾਹ 'ਤੇ ਅਸੀਂ ਪਏ ਹਾਂ, ਇਹ ਸਾਡੇ ਤੋਂ ਉੱਚਾ ਕਿਵੇਂ ਹੋ ਸਕਦਾ। ਉਹਦੀ ਨਹੀਂ ਮਦਦ ਕਰਨੀ, ਸਤ ਬਗਾਨੇ ਦੀ ਜ਼ਰੂਰ ਬਾਬੇ ਵੀ ਕਰ ਦਿੰਦੇ। ਕਰਮ ਕਿਰਿਆ 'ਚ ਜੋੜਨ ਦਾ ਜਿਹੜਾ ਠੇਕਾ ਬਾਬਿਆਂ ਨੇ ਚੁੱਕਿਆ ਹੋਇਆ, ਮਤਲਬ ਪਰਮਾਰਥ ਦੇ ਰਾਹੀਂ ਯਥਾਰਥ ਗਿਆਨ ਵਾਲੇ ਵਿਰਲੇ। ਦਵਿਜ ਪ੍ਰਸੰਨ ਖੀਰਾਦ ਕਰ, ਦਵਿਜ ਕਹੀਏ ਬ੍ਰਾਹਮਣ ਜਿਹੜੇ ਆ ਪ੍ਰਸੰਨ ਖੁਸ਼ ਹੋ ਜਾਂਦੇ, ਕਿਸੇ ਕਰਕੇ ਖੀਰ ਤੋਂ ਆਦਿ ਕਹੀਏ ਕੜਾਹ, ਪੂੜੀਆਂ, ਚੌਲ, ਮਿੱਠੇ ਆਦਿ ਭੋਜਨ, ਲੱਡੂ ਆਦਿ ਖਵਾਉਣ ਕਰ ਕਹੀਏ ਕਰਕੇ। ਦਵਿਜ ਬ੍ਰਾਹਮਣ ਪ੍ਰਸੰਨ ਕਰ ਲਈ ਅਤੇ ਖੀਰ ਕੜਾਹ ਖਵਾ ਕਰਕੇ। ਮੋਰ ਮੋਦ ਘਨ ਬੈਨ, ਅਤੇ ਘਨ ਕਹੀਏ ਬੱਦਲ ਦੇ ਬੈਨ ਕਹੀਏ ਬੋਲ, ਭਾਵ ਬੱਦਲਾਂ ਦੀ ਗਰਜ ਸੁਣ ਕੇ ਜਿਹੜੇ ਮੋਰ ਆ ਉਹ ਮੋਦ ਪ੍ਰਸੰਨ ਹੋ ਜਾਂਦੇ। ਮੋਦ ਦਾ ਅਰਥ ਵੀ ਪ੍ਰਸੰਨ, ਪ੍ਰਸੰਨ ਦਾ ਅਰਥ ਵੀ ਪ੍ਰਸੰਨ, ਇੱਕੋ ਅਰਥ ਦੋਵਾਂ ਦਾ ਖੁਸ਼ ਲਾ ਲਓ। ਸੰਤ ਸੁਖੀ ਪਰ ਹਿਤ ਵੇਖੇ, ਇਸੇ ਤਰ੍ਹਾਂ ਹੀ ਕਹਿੰਦੇ ਪਰ ਵੇਖੋ ਜਿਹੜੇ ਸੰਤ ਆ ਉਹ ਸੁਖੀ ਹੁੰਦੇ ਆ। ਉਹ ਕਿਵੇਂ, ਪਰਾਏ ਦਾ ਹਿੱਤ ਕਹੀਏ ਭਲਾ ਜਿਸ ਵਿੱਚ ਵੇਖਦੇ ਆ, ਪਰਾਏ ਦੇ ਭਲੇ ਵਿੱਚ ਹੀ ਸੰਤ ਜਿਹੜੇ ਸੁਖੀ ਹੁੰਦੇ। ਸੰਤ ਸੁਖੀ ਪਰਾਏ ਦੇ ਭਲੇ ਦੇ ਵਿੱਚ ਹੁੰਦੇ, ਭਾਵ ਦੂਸਰੇ ਦਾ ਭਲਾ ਕਰਕੇ ਆਪਣੇ ਆਪ ਨੂੰ ਸੁਖੀ ਮੰਨਦੇ। ਸੰਤਾਂ ਦਾ ਸੁਭਾਅ 60 ਪਰ ਬਿਪਤਾ ਚੈਨ, ਅਤੇ 60 ਮੂਰਖ ਮਨੁੱਖ ਜਿਹੜਾ ਆ ਅਤੇ ਉਹ ਜੇ ਕਿਤੇ ਪਰ ਕਹੀਏ ਪਰਾਏ ਉੱਪਰ ਬਿਪਤਾ ਮੁਸੀਬਤ ਪਈ ਦੇਖੇ ਤਾਂ ਉਸ ਮੂਰਖ ਨੂੰ ਚੈਨ ਸੁੱਖ ਆਰਾਮ ਹੁੰਦਾ ਹੈ। ਭਾਵ ਜਦੋਂ ਦੁਸ਼ਟ ਨੂੰ ਦੂਸਰੇ ਨੂੰ ਕਸ਼ਟ ਮਿਲਦਾ ਤਾਂ ਮੂਰਖ ਲੋਕ ਪ੍ਰਸੰਨ ਹੁੰਦੇ ਆ, ਕਹਿੰਦੇ ਚੰਗਾ ਹੋਇਆ, ਇਹ ਬਹੁਤਾ ਸੁਭਾਅ ਮੇਰੇ ਵਰਗਿਆਂ ਦਾ ਇਹੋ ਜਿਹਾ ਹੀ ਹੈ। ਮੂਰਖ ਇੱਦਾਂ ਖੁਸ਼ ਹੋਦੇ ਆ ਕਿਸੇ ਦੇ ਉੱਪਰ ਬਿਪਤਾ ਬਣ ਜੇ, ਸੰਤ ਸੁਖੀ ਹੁੰਦੇ ਕਿਸੇ ਦਾ ਭਲਾ ਹੋ ਜੇ, ਬ੍ਰਾਹਮਣ ਪ੍ਰਸੰਨ ਹੋ ਜਾਂਦੇ ਖੀਰ ਕੜਾਹ ਕਰਕੇ, ਮੋਰ ਖੁਸ਼ ਹੁੰਦੇ ਬੱਦਲਾਂ ਦੀ ਗਰਜ ਸੁਣ ਕੇ। ਅਰਥੀ ਪ੍ਰਸ਼ਨੀ ਜਗਤ ਮੈਂ, ਇਸ ਜਗਤ ਕਹੀਏ ਸੰਸਾਰ ਦੇ ਵਿੱਚ ਜਿਹੜੇ ਅਰਥੀ ਆ ਮੰਗਤੇ ਆ, ਅਤੇ ਪ੍ਰਸ਼ਨ ਕਰਨ ਵਾਲੇ, ਸੁਲਭ ਪਾਠ ਕਰਨਾ,
ਸੁਲਭ ਆਗਾਰ ਆਗਾਰ ਸੁਲਭ ਪਾਠ ਕਰਨਾ। ਹਾਂਜੀ, ਸੋ ਕਹੀਏ ਆਗਾਰ ਆਗਾਰ ਕਹੀਏ, ਅੱਗੇ ਤੋਂ ਅੱਗੇ ਸੁਲਭ ਕਹੀਏ। ਇੱਕ ਹੁੰਦਾ ਦੁਲੱਭ, ਇੱਕ ਹੁੰਦਾ ਸੁਲਭ। ਦੁਲੱਭ ਹੁੰਦਾ ਕਠਿਨ, ਸੁਲਭ ਹੁੰਦਾ ਸੌਖਾ। ਭਾਵ ਸੌਖੇ ਹੀ ਲੱਭ ਜਾਂਦੇ। ਦੁਲੱਭ ਹੁੰਦਾ ਕਠਿਨ ਲੱਭਦੇ, ਸੁਲਭ ਹੁੰਦਾ ਸੌਖੇ ਸ੍ਰੇਸ਼ਟਤਾ ਨਾਲ ਹੀ ਲੱਭ ਜਾਂਦੇ, ਭਾਵ ਸੌਖੇ ਲੱਭ ਜਾਂਦੇ। ਆਗਾਰ ਆਗਾਰ ਕਹੀਏ, ਘਰ ਘਰ ਵਿੱਚ ਬਿੰਦ ਤੁਰੇ ਫਿਰਦੇ। ਕਿਹੜੇ? ਅਰਥੀ ਮੰਗਤੇ ਅਤੇ ਪ੍ਰਸ਼ਨੀ, ਪ੍ਰਸ਼ਨ ਕਰਨ ਵਾਲੇ। ਉੱਤਰ ਦੇਣ ਵਾਲੇ ਵੀ ਘੱਟ ਆ, ਇਹਦੀ ਸੁਣਨ ਵਾਲੇ ਵੀ ਘੱਟ ਆ, ਬੋਲਣ ਵਾਲੇ ਬਹੁਤੇ। ਪ੍ਰਸ਼ਨ ਕਰਨ ਵਾਲਾ ਬੋਲਣ ਵਾਲੇ ਹੁੰਦੇ ਸਾਡੇ ਵਰਗੇ। ਅਰਥੀ ਕਹੀਏ ਮੰਗਤੇ, ਗਰੀਬ ਗੁਰਬੇ ਜੇ, ਅਤੇ ਪ੍ਰਸ਼ਨੀ, ਪ੍ਰਸ਼ਨ ਕਰਨ ਵਾਲੇ, ਪ੍ਰਸ਼ਨੀ ਲੋਕ ਇਸ ਜਗਤ ਮੈਂ ਸੰਸਾਰ ਵਿੱਚ। ਸੁਲਭ ਕਹੀਏ ਸੌਖੇ ਹੀ ਲੱਭ ਜਾਂਦੇ ਹੈ। ਆਗਾਰ ਆਗਾਰ ਕਹੀਏ ਅੱਗੇ ਤੋਂ ਅੱਗੇ, ਜਾਂ ਆਗਾਰ ਆਗਾਰ ਕਹੀਏ ਘਰ ਘਰ ਵਿੱਚ। ਦਾਤਾ ਉੱਤਰਵੰਤ ਦੋਇ, ਪਰ ਮੰਗਤੇ ਨੂੰ ਦਾਨ ਦੇਣ ਵਾਲਾ ਦਾਤਾ, ਦਾਨੀ ਮਨੁੱਖ। ਅਤੇ ਉੱਤਰਵੰਤ ਕਹੀਏ ਉੱਤਰ ਦੇਣ ਵਾਲਾ, ਜਵਾਬ ਦੇਣ ਵਾਲਾ। ਇਹ ਜਿਹੜੇ ਦੋਵੇਂ ਹਾਂਜੀ ਦੁਰਲੱਭ ਨਰ ਸੰਸਾਰ, ਇਹ ਸੰਸਾਰ ਦੇ ਵਿੱਚ ਨਰ ਕਹੀਏ ਪੁਰਸ਼ ਦੁਰਲੱਭ ਆ। ਦੁਰ ਕਹੀਏ ਕਠਿਨ ਲੱਭਦੇ ਆ, ਔਖੇ ਲੱਭਦੇ ਆ। ਅਤੇ ਸੰਸਾਰ ਵਿੱਚ ਦੁਰਲੱਭ ਪੁਰਸ਼ ਆ, ਮਹਾਨ ਪੁਰਸ਼ ਆ ਜਿਹੜੇ ਦਾਤੇ ਇਹਦੇ ਉੱਤਰ ਦੇਣ ਵਾਲੇ ਦੋਵੇਂ। ਨਹੀਂ ਤਾਂ ਘਰ ਘਰ ਵੇਖੋ ਪ੍ਰਸ਼ਨ ਕਰਨ ਵਾਲੇ ਵੀ ਦੋ ਜਵਾਬ ਸਾਡਾ, ਅਤੇ ਮੰਗਤੇ ਵੀ ਆਪਾਂ ਸਾਰੇ ਇਕੱਠੇ ਹੀ ਹਾਂ। ਮੰਗਤੇ ਵੇਖੋ ਅਮੀਰ ਤਾਂ ਪਿੰਡ 'ਚ ਥੋੜ੍ਹੇ ਹੀ ਹੁੰਦੇ, ਬਾਕੀ ਸਾਰੇ ਮਾਤੜ ਹੀ ਹੁੰਦੇ। ਅਤੇ ਇਸੇ ਤਰ੍ਹਾਂ ਮੰਗਤੇ ਬਹੁਤੇ ਹੁੰਦੇ, ਪ੍ਰਸ਼ਨ ਕਰਨ ਵਾਲੇ ਬਹੁਤੇ, ਇੱਕ ਤਾਂ ਦੇਣ ਵਾਲੇ ਵੀ ਥੋੜ੍ਹੇ। ਆਪਾਂ ਕਿਸੇ ਨੂੰ ਦੇਣੇ ਘੱਟ ਹੀ, ਲੰਘ ਜਾਣੇ ਲੱਗ ਉਹਦੀ। ਉੱਤਰ ਦੇਣ ਵਾਲੇ ਕੋਈ ਵਿਰਲਾ ਹੀ ਹੁੰਦਾ, ਬਾਕੀ ਸਾਰੇ ਮੂੰਹ ਮੋੜ ਜਾਂਦੇ ਆ, ਕਹਿੰਦੇ ਸਾਡੀ ਇਹ ਸਮਝ ਗੱਲ ਨਹੀਂ ਪਈ, ਇਹ ਸਾਨੂੰ ਗੱਲ ਜਿਹੜੀ ਜੱਚੀ ਨਹੀਂ, ਇਹ ਸਾਡੇ ਕੋਲ ਉਹਦਾ ਜਵਾਬ ਨਹੀਂ ਹੈ। ਇਸ ਤਰ੍ਹਾਂ ਕਹਿ ਕੂ ਕੇ ਟਾਲ ਲੈਂਦੇ। ਸਵੈ ਗੁਣ ਦੋਖ ਪਰ ਜਾਚਨਾ, ਸਵੈ ਕਹੀਏ ਆਪਣੇ ਗੁਣ ਕਹੀਏ ਚੰਗਿਆਈਆਂ ਖੂਬੀਆਂ, ਪਰ ਕਹੀਏ ਬੇਗਾਨੇ ਦੂਜੇ ਤੋਂ, ਜਾਚਨਾ ਕਹੀਏ ਮੰਗਣਾ। ਅਰਥੀ ਵਿਅਰਥ ਭਜੰਤ, ਅਰਥੀ ਕਹੀਏ ਮੰਗਤੇ ਲੋੜਵੰਦ, ਵਿਅਰਥ ਕਹੀਏ ਖਾਲੀ, ਭਜੰਤ ਕਹੀਏ ਭਜਣੇ ਮੋੜਨ। ਆਪਣੀਆਂ ਖੂਬੀਆਂ ਦੱਸਣੀਆਂ, ਦੂਸਰੇ ਵਿੱਚ ਦੋਸ਼ ਲਾਉਣੇ, ਕਿਸੇ ਤੋਂ ਮੰਗਣਾ ਅਤੇ ਲੋੜਵੰਦ ਨੂੰ ਖਾਲੀ ਮੋੜਨਾ। ਇਨ ਚਾਰੋਂ ਕੇ ਕਹਿਨ ਮੈਂ, ਇਨ ਕਹੀਏ ਇਹਨਾਂ ਚਾਰਾਂ ਦੇ ਕਹਿਣ ਵਿੱਚ। ਸੰਤਨ ਜੀਵ ਲਜੰਤ, ਸੰਤਾਂ ਦੀ ਜੀਵ ਲਜੰਤ ਕਹੀਏ ਸ਼ਰਮਸ਼ਾਰ ਹੁੰਦੀ, ਸ਼ਰਮ ਖਾਂਦੀ ਹੈ। ਯਾਨੀ ਸੰਤ ਮਹਿਸੂਸ ਕਰਦੇ, ਸ਼ਰਮ ਮਹਿਸੂਸ ਕਰਦੇ ਇਹ ਗੱਲਾਂ ਕਹਿਣ ਦੇ ਵਿੱਚ। ਚਾਰੇ ਗੱਲਾਂ ਹੈ। ਕਿਹੜੀਆਂ ਚਾਰ ਗੱਲਾਂ? ਕਿ ਸਵੈ ਗੁਣ, ਆਪਣੇ ਗੁਣ ਕਹਿਣੇ, ਸਵੈ ਕਹੀਏ ਆਪਣੇ ਗੁਣ ਖੂਬੀਆਂ ਦੱਸਣੀਆਂ ਕਿਸੇ ਨੂੰ, ਕਿ ਮੈਂ ਇੱਦਾਂ ਮੈਂ ਇੱਦਾਂ। ਹਾਂਜੀ, ਦੋਖ ਦੂਸਰੇ ਦੇ ਦੋਸ਼ ਕਥਨ ਕਰਨੇ, ਅਤੇ ਪਰ ਜਾਚਣਾ ਇਹ ਤੀਸਰਾ। ਦੋਖ ਦੂਸਰਾ, ਦੂਸਰੇ ਦੇ ਔਗੁਣ ਕਹਿਣੇ, ਦੋਸ਼ ਗੁਨਾਹ ਕਹਿਣੇ। ਪਰ ਜਾਚਣਾ ਕਿਸੇ ਕੋਲੋਂ ਧਨ ਪਦਾਰਥ ਜਾਚਣਾ, ਕਿਵੇਂ ਮੰਗਣਾ, ਪਰਾਏ ਕੋਲ ਧਨ ਮੰਗਣਾ। ਅਰਥੀ ਵਿਅਰਥ ਭਜੰਤ, ਅਰਥੀ ਕਹੀਏ ਮੰਗਤਾ ਲੋੜਵੰਦ ਜਿਹੜਾ ਆਪਣੇ ਦੁਆਰੇ ਤੋਂ ਬੂਹੇ ਤੋਂ ਵਿਅਸਤ ਕਹੀਏ ਖਾਲੀ, ਭਜੰਤ ਕਹੀਏ ਭਜਾ ਦੇਣਾ, ਮੰਗਤੇ ਨੂੰ ਖਾਲੀ ਮੋੜ ਦੇਣਾ। ਇਨ ਚਾਰੋਂ ਕੇ ਕਹਿਣ ਮੈਂ, ਇਨ ਕਹੀਏ ਇਹਨਾਂ ਚਾਰੋਂ ਕਹੀਏ ਚਾਰੋਂ ਗੱਲਾਂ ਦੇ ਕਹਿਣ ਦੇ ਵਿੱਚ। ਸੰਤਨ ਜੀਵ ਲਜੰਤ, ਸੰਤਾਂ ਦੀ ਜੀਵ ਲੱਜਿਆ ਕਰਦੀ ਆ, ਸ਼ਰਮ ਕਰਦੀ, ਲੱਜਾਇਮਾਨ ਹੁੰਦੀ। ਸੰਤ ਇਹ ਚਾਰ ਗੱਲਾਂ ਨਹੀਂ ਕਦੀ ਕਰਦੇ। ਠੀਕ ਹੈ ਜੀ। ਸਵਈਆ ਕਰਕੇ ਪ੍ਰਹਾਰ ਭਏ ਜਿਮ ਕੁੰਦਕ, ਜਿਮ ਕਹੀਏ ਜਿਸ ਪ੍ਰਕਾਰ, ਕਰ ਕਹੀਏ ਕਰ ਹੱਥ, ਹੱਥ ਦੇ ਜ਼ੋਰ ਨਾਲ, ਪ੍ਰਹਾਰ ਕਹੀਏ ਸੁੱਟਣ ਕਰਕੇ, ਕਰਕੇ ਪ੍ਰਹਾਰ ਭਏ ਜਿਮ
ਕੁੰਦਕ। ਜਿਵੇਂ ਹੱਥ ਦੇ ਪ੍ਰਹਾਰ ਕਹੀਏ ਵਾਰ ਨਾਲ, ਭਾਵ ਸੁੱਟਣ ਨਾਲ, ਜਿਹੜੀ ਕੁੰਦਕ ਗੇਂਦ ਆ। ਭੂਮ ਗਿਰੇ ਪੁਨ ਊਰਦ ਹੋਈ। ਭੂਮ ਧਰਤੀ ਉੱਪਰ ਗਿਰੇ ਕਹੀਏ ਡਿੱਗਦੀ ਹੈ, ਧਰਤੀ 'ਤੇ ਡਿੱਗੇ, ਅਤੇ ਪੁਨ ਕਹੀਏ ਫਿਰ ਊਰਦ ਕਹੀਏ ਉੱਪਰ ਨੂੰ, ਹੋਈ ਕਹੀਏ ਹੋਈ ਹੁੰਦੀ ਹੈ। ਭਾਵ ਗੇਂਦ ਹੇਠਾਂ ਡਿੱਗਣ ਕਰਕੇ ਸ਼ੋਕ ਨਹੀਂ ਕਰਦੀ ਕਿ ਮੈਂ ਥੱਲੇ ਡਿੱਗ ਪਈ ਹਾਂ, ਅਤੇ ਉੱਪਰ ਨੂੰ ਉੱਠੀ ਉਹ ਪ੍ਰਸੰਨ ਨਹੀਂ ਹੁੰਦੀ ਕਿ ਮੈਂ ਉੱਠ ਪਈ ਹਾਂ। ਭਾਵ ਇਹ ਆ ਵੀ ਗੇਂਦ ਚੋਟ ਲੱਗਣ ਕਰਕੇ ਵੀ ਚਿੱਤ ਵਿੱਚ ਅਡੋਲ ਰਹਿੰਦੀ, ਇਹ ਇੱਥੇ ਕਹਿਣ ਦਾ ਮਤਲਬ ਹੈ। ਕਰਕੇ ਪ੍ਰਹਾਰ ਭਏ ਜਿਮ ਕੁੰਦਕ। ਕੁੰਦਕ ਪਾਠ ਕਿ ਕੰਦਕ ਪਾਠ? ਕੰਦਕ ਪਾਠ ਆ, ਇਹ ਕੁੰਦਕ ਪਾਠ ਨਹੀਂ ਕਰਨਾ, ਕਿਉਂਕਿ ਕੰਦਕ ਪਾਠ ਆ ਇੱਥੇ ਕੱਕੇ ਟਿੱਪੀ ਅਤੇ ਦੱਦੇ ਔਂਕੜ ਅਤੇ ਜਿਹੜਾ ਕੱਕਾ, ਇੱਥੇ ਕੰਦਕ ਪਾਠ ਲਾਉਣਾ, ਕੰਦਕ, ਕੁੰਦਕ ਨਹੀਂ ਲਾਉਣਾ। ਕਰਕੇ ਪ੍ਰਹਾਰ ਪਏ ਜਿਵੇਂ ਕੁੰਦਕ, ਜਿਵੇਂ ਕਰਕੇ ਕਹੀਏ ਹੱਥ ਦੇ, ਪ੍ਰਹਾਰ ਕਹੀਏ ਵਾਰ ਕਰਕੇ, ਚੋਟ ਕਰਕੇ, ਪਏ ਦਾ ਅਰਥ ਲਾਉਣਾ ਕਰਕੇ, ਹਾਂਜੀ, ਚੋਟ ਕਰਕੇ ਜਿਹੜਾ ਕੁੰਦਕ ਆ, ਖਿੱਦੋ ਆ, ਗੇਂਦ ਆ, ਉਹ ਭੂਮ ਗਿਰੇ ਧਰਤੀ 'ਤੇ ਡਿੱਗਦੀ ਹੈ, ਪੁਨ ਫਿਰ ਊਰਦ ਕਹੀ ਉੱਚੀ ਹੁੰਦੀ, ਹਾਂਜੀ। ਅਤੇ ਵੀ ਗੇਂਦ ਡਿੱਗਣ ਕਰਕੇ ਸੋਗ ਨਹੀਂ ਕਰਦੀ, ਉੱਪਰ ਹੋ ਕੇ ਉਹ ਪ੍ਰਸੰਨ ਨਹੀਂ ਹੁੰਦੀ। ਗੇਂਦ ਚੋਟ ਲੱਗਣ ਕਰਕੇ ਚਿੱਤ ਵਿੱਚ ਅਡੋਲ ਰਹਿੰਦੀ। ਬੇਤੌ ਬ੍ਰਿਤ ਉੱਤਮ ਸੰਤਨ ਕੀ, ਇਸੇ ਤਰੀਕੇ ਨਾਲ ਬੇਤ ਕਹੀਏ ਧਨ, ਔ ਕਹੀਏ ਅਤੇ ਬ੍ਰਿਤ ਕਹੀਏ ਉਪਜੀਵਕਾ। ਬੇਤ ਅਤੇ ਬ੍ਰਿਤ, ਬ੍ਰਿਤ ਨਾਮ ਉਪਜੀਵਕਾ ਗੁਜ਼ਾਰੇ ਦਾ ਹੁੰਦਾ, ਬੇਤ ਨਾਮ ਧਨ ਦਾ ਹੁੰਦਾ। ਅਤੇ ਜਿਹੜੀ ਸੰਤ ਜਨਾਂ, ਸੰਤਨ ਕੀ ਕਹੀਏ ਸੰਤ ਜਨਾਂ ਦੀ ਉੱਤਮ ਸ੍ਰੇਸ਼ਟ ਹੈ। ਪਰ ਹੋਵਹਿ ਨਾਸ ਜਪੈ ਵਹਿ ਦੋਈ। ਪਰ ਕਹੀਏ ਪਰੰਤੂ ਜੇਕਰ, ਵਹਿ ਕਹੀਏ ਉਹ ਧਨ, ਉਹ ਕਹੀਏ ਬਿਦ ਧਨ, ਅਤੇ ਬ੍ਰਿਤ ਕਹੀਏ ਉਪਜੀਵਕਾ, ਇਹ ਦੋਈ ਕਹੀਏ ਦੋਵੇਂ ਜਪੈ ਜਦੋਂ ਨਾਸ ਹੋਵਹਿ, ਨਾਸ ਹੋ ਜਾਣ, ਹਾਂਜੀ। ਧਨ, ਬਿਦ ਧਨ ਅਤੇ ਬ੍ਰਿਤ ਉਪਜੀਵਕਾ ਉੱਤਮ ਸੰਤਨ ਕੀ, ਉੱਤਮ ਸੰਤਾਂ ਦੀ। ਪਰ ਕਹੀਏ ਪਰੰਤੂ, ਜਪੈ ਕਹੀਏ ਜਦੋਂ ਜਾਂ ਜੇਕਰ ਨਾਸ ਵੀ ਹੋ ਜਾਵੇ, ਵਹਿ ਕਹੀਏ ਦੋਵੇਂ, ਧਨ ਵੀ ਚਲਿਆ ਜਾਵੇ, ਉਪਜੀਵਕਾ ਗੁਜ਼ਾਰਾ ਵੀ ਚਲਿਆ ਜਾਵੇ, ਆਪਦਾ ਅਤ ਪ੍ਰਾਪਤ ਹੋਏ ਜਾਵੇ। ਫਿਰ ਜਪੈ ਕਹੀਏ ਜਦੋਂ ਸੰਤ ਜਨਾਂ ਨੂੰ ਆਪਦਾ ਜਿਹੜੀ ਬਿਪਤਾ ਆ ਉਹ ਵੀ ਅਤਿਅੰਤ ਪ੍ਰਾਪਤ ਹੋ ਜਾਵੇ, ਹੋਏ ਆ ਕੇ। ਜਪੈ ਕਹੀਏ ਜੇਕਰ ਵੀ ਲਾ ਸਕੀਦਾ ਅਰਥ, ਜੇਕਰ ਆਪਦਾ ਅਤਿਅੰਤ ਪ੍ਰਾਪਤ ਹੋਏ ਨਾ ਆਗੇ, ਨਹਿ ਤਦਪ ਵਿਆਕਲ ਹੋਵਤ ਸੋਈ। ਨਹਿ ਕਹੀਏ ਨਹੀਂ, ਉਹ ਤਦਪ ਕਹੀਏ ਤਦ ਵੀ ਫਿਰ ਵੀ ਵਿਆਕਲ ਬੇਚੈਨ ਹੋਵਤ ਹੁੰਦੇ, ਸੋਈ ਕਹੀਏ ਉਹ ਸੰਤ। ਉਹ ਸੰਤ ਤਦਪ ਕਹੀਏ ਫਿਰ ਵੀ ਵਿਆਕਲ ਨਹੀਂ ਹੋਵਤ ਹੁੰਦੇ, ਬੇਚੈਨ ਨਹੀਂ ਹੁੰਦੇ, ਅਡੋਲ ਰਹਿੰਦੇ। ਸਮ ਮੇਰ ਰਹਿ ਥਿਤ ਸੰਤ ਸਦਾ। ਸੰਤ ਜਿਹੜੇ ਆ, ਜਿਹੜੇ ਅਸਲ ਸੰਤ ਆ, ਉਹ ਸੰਤ ਚਿੱਤ ਸ਼ਾਂਤ ਚਿੱਤ ਵਾਲੇ ਮਹਾਤਮਾ ਜਨ। ਮੇਰ ਕਹੀਏ ਸਮੇਰ ਪਰਬਤ ਦੇ ਸਮ ਕਹੀਏ ਸਮਾਨ, ਸਦਾ ਸਦੀਵ ਜਿਹੜਾ ਥਿਤ ਅਚਲ ਰਹਿੰਦੇ ਹਨ। ਸਮਾਨ ਮੇਰ ਸਮੇਰ ਪਰਬਤ ਦੇ ਰਹਿੰਦੇ ਸਥਿਤ ਸੰਤ ਹਮੇਸ਼ਾ ਹੀ ਸਦਾ। ਬਿਪਤਾ ਸਮ ਗੇਂਦ ਸਮਾਨ ਜੋ ਸੋ ਜੋਈ। ਅਤੇ ਬਿਪਤਾ ਆਪਦਾ ਦੁੱਖ, ਜਿਹੜਾ ਬਿਪਤਾ ਕੇ ਆਪਦਾ ਦੁੱਖ, ਤਕਲੀਫ ਨੂੰ, ਹਾਂਜੀ, ਤਕਲੀਫ ਨੂੰ ਗੇਂਦ ਦੇ ਸਮਾਨ ਜੋਈ ਕਹੀਏ ਦੇਖਦੇ ਹਨ। ਬਿਪਤਾ
ਜਿਹੜੀ ਆ ਉਹ ਗੇਂਦ ਦੇ ਸਮਾਨ ਉਹ ਮਹਾਤਮਾ ਲੋਕ ਦੇਖਦੇ। ਅਤੇ ਸਾਮ ਕਈ ਇੱਕ ਰਸ ਸੰਸਾਰ ਵਿੱਚ ਰਹਿੰਦੇ ਆ। ਹਾਂਜੀ, ਭਾਵ ਜਿਵੇਂ ਗੇਂਦ ਚੋਟਾਂ ਖਾ ਕੇ ਵੀ ਇੱਕ ਰਸ ਅਡੋਲ ਰਹਿੰਦੀ ਹੈ, ਤਿਵੇਂ ਸੰਤ ਜਨ ਦੁੱਖ ਵਿਪਤਾ ਵਿੱਚ ਇੱਕ ਰਸ ਅਡੋਲ ਰਹਿੰਦੇ। ਵਿਪਤਾ ਸਮ ਗੇਂਦ ਸਮਾਨ ਸੋ ਜੋਈ, ਸਮ ਮੇਰ ਰਹਿ ਥਿਤ ਸੰਤ ਸਦਾ। ਜਿਹੜੇ ਹੈ ਮੇਰ ਕਈ ਸਮੇਰ ਪਰਬਤ ਦੇ ਸਮਾਨ, ਜਿਹੜੇ ਹੈ ਸਮਾਨ ਜਾਂ ਵਾਂਗ ਸੰਤ ਜਿਹੜੇ ਸਦਾ ਕੀ ਹਮੇਸ਼ਾ ਥਿਤ ਟਿਕਾ ਵਿੱਚ ਰਹਿੰਦੇ ਆ, ਸਥਿਤ ਰਹਿੰਦੇ। ਭਾਵ ਉਹ ਕਾਹਲੇ ਨਹੀਂ ਪੈਂਦੇ, ਨਾ ਸੰਤ ਡਰਦੇ। ਬਿਪਤਾ ਸਮ ਗੇਂਦ ਸਮਾਨ ਸੋ ਜੋਈ। ਉਹ ਸਾਰੇ ਜਿਹੜੀਆਂ ਬਿਪਤਾਂ ਦੁੱਖ ਤਕਲੀਫਾਂ ਹੈ ਉਹਨਾਂ ਨੂੰ ਗੇਂਦ ਸਮਾਨ, ਗੇਂਦ ਦੇ ਬਰਾਬਰ ਸੋ ਜਿਹੜੇ ਆ ਜੋਈ ਕਹੀਏ ਤੱਕਦੇ ਆ, ਦੇਖਦੇ। ਸੰਤ ਉਹ ਕਹੀਏ ਉਹ ਜਿਹੜੇ ਸੰਤ ਹੈ ਨਾ ਜੋਈ ਤੱਕਦੇ ਆ ਗੇਂਦ ਸਮਾਨ ਬਿਪਤਾ ਨੂੰ। ਹਾਂਜੀ, ਬਿਪਤਾ ਜਿਹੜੀ ਹੈ ਉਹ ਕੀ ਆ ਗੇਂਦ ਸਮ, ਗੇਂਦ ਦੇ ਸਮਾਨ ਹੈ, ਗੇਂਦ ਦੇ ਵਾਂਗ। ਹਾਂਜੀ, ਭਾਵ ਬਿਪਤਾ ਉਹਨਾਂ ਅੱਗੇ ਡੋਲ ਜਾਂਦੀ ਹੈ ਅਤੇ ਉਹ ਸੋ ਗਈ। ਉਹ ਸੰਤ ਜਿਹੜੇ ਆ ਉਹ ਸਮਾਨ ਰਹਿੰਦੇ ਆ। ਇਸ ਤਰ੍ਹਾਂ ਜੋਈ ਕਹੀਏ ਦੇਖੇ ਜਾਂਦੇ। ਇੱਦਾਂ ਵੀ ਅਰਥ ਲੱਗ ਜਾਂਦਾ, ਇੱਦਾਂ ਵੀ ਅਰਥ ਲੱਗ ਜਾਂਦਾ ਵੀ ਤਮਾਸ਼ਾ ਵੇਖਦੇ ਆ ਸੰਤ ਖਿੱਦੂ ਵਾਂਗ। ਗੇਂਦ ਸਮਾਨ ਉਹ ਕਹੀਏ ਉਹ ਸੰਤ ਗੇਂਦ ਸਮਾਨ ਜੋਈ ਤੱਕਦੇ ਆ ਤਕਲੀਫਾਂ ਦੁੱਖਾਂ ਨੂੰ। ਪਰ ਜਿਹੜਾ ਉਹ ਸਮ ਗੇਂਦ, ਜਿਹੜੀ ਗੇਂਦ ਆ ਖਿੱਦੋ ਆ, ਹਾਂਜੀ, ਉਹਦੇ ਵਾਂਗ ਡੋਲਦੇ ਨਹੀਂ, ਡਾਵਾਂ ਡੋਲ ਨਹੀਂ ਹੁੰਦੇ, ਇੱਕ ਸਮਾਨ ਰਹਿੰਦੇ। ਇਹ ਮਤਲਬ ਇੱਦਾਂ ਵੀ ਅਰਥ ਲੱਗ ਜਾਂਦੇ ਆ। ਸਮ ਮੇਰ ਰਹਿ ਠਿਤ ਸੰਤ, ਸੰਤ ਸਦਾ ਹਮੇਸ਼ਾ ਮੇਰ ਪਰਬਤ ਦੇ ਵਾਂਗ ਰਹਿੰਦੇ ਆ। ਅਤੇ ਬਿਪਤਾ ਵਿੱਚ ਵੀ ਸਮ ਕਈ ਇੱਕ ਸਮਾਨ ਰਹਿੰਦੇ ਆ। ਅਤੇ ਬਿਪਤਾ ਜਿਹੜੀ ਗੇਂਦ ਸਮਾਨ ਉਹ ਸੋ ਕਹੀਏ ਜੋਈ ਕਹੀਏ ਤੱਕਦੇ ਆ। ਜਿਵੇਂ ਗੇਂਦ ਡਾਵਾਂ ਡੋਲ ਹੁੰਦੀ ਐਵੇਂ ਬਿਪਤਾ ਵੀ ਡਾਵਾਂ ਡੋਲ ਹੁੰਦੀ ਹੈ। ਅਤੇ ਉਹ ਮਹਾਂਪੁਰਸ਼ ਇੱਦਾਂ ਵਾ ਵੀ ਬਿਪਤਾ ਨੂੰ ਗੇਂਦ ਸਮਾਨ ਦੇਖਦੇ ਡਾਵਾਂ ਡੋਲ ਹੁੰਦੀ ਨੂੰ, ਅਤੇ ਆਪ ਇੱਕ ਸਮਾਨ ਰਹਿੰਦੇ ਆ, ਭਾਵ ਡੋਲਦੇ ਨਹੀਂ ਹੈ। ਜੋਈ ਕਈ ਇਸ ਤਰ੍ਹਾਂ ਦੇਖੇ ਜਾਂਦੇ। ਸੋ ਕਈ ਉਹ ਸੰਤ ਉੱਤਮ ਮਨੁੱਖ ਲਈ ਇੱਜ਼ਤ ਹੀ ਸਭ ਕੁਝ ਹੈ। ਇਸੇ ਸੰਬੰਧ ਵਿੱਚ ਹੁਣ ਜਿਹੜਾ ਦੋਹਰਾ ਉਚਾਰਨਗੇ ਇੱਥੇ ਜਿਹੜਾ ਮੇਰ ਪਰ ਪਾਠ ਹੈ ਉਹਦਾ ਅਰਥ ਹੈ ਸਮੇਰ ਪਰਬਤ। ਅਤੇ ਇਹ ਇੱਕ ਖਾਸ ਪਹਾੜ ਆ ਜੋ ਭਾਗਵਤ ਪੁਰਾਣ ਅਤੇ ਵਿਸ਼ਨੂੰ ਪੁਰਾਣ ਅਨੁਸਾਰ ਸੋਨੇ ਦਾ ਮੰਨਿਆ। ਅਤੇ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਮੰਨੀਆਂ। ਸਮੇਰ ਪਰਬਤ ਦੀ ਜਿਹੜੀ ਬੁਲੰਦੀ 84,000 ਯੋਜਨ ਲਿਖੀ। 9 ਕਿਲੋਮੀਟਰ ਦਾ ਇੱਕ ਯੋਜਨ ਹੁੰਦਾ, ਭਾਵ 4 ਕੋਹ ਦਾ। ਵੱਖੋ ਵੱਖਰੇ ਹੁੰਦੇ ਆ ਜੋ ਆਮ ਚੱਲਦਾ, ਜੋ ਸਹੀ ਮੰਨਦੇ ਆ ਵਿਦਵਾਨ। 16,000 ਯੋਜਨ ਜ਼ਮੀਨ ਵਿੱਚ ਗੱਡਿਆ ਹੋਇਆ ਦੱਸਿਆ ਜਾਂਦਾ। ਇਹਦੀ ਚੋਟੀ ਉੱਪਰ 32,000 ਯੋਜਨ ਦਾ ਮੈਦਾਨ ਹੈ। ਹਾਂਜੀ, ਜੁਗਰਾਵੀਏ ਦੀ ਡਿਕਸ਼ਨਰੀ ਇੱਕ ਲਿਖੀ ਹੋਈ, ਉਹਦੇ ਅਨੁਸਾਰ ਰੁਦਰ ਹਿਮਾਲੇ ਦਾ ਨਾਂ ਹੀ ਸਮੇਰ ਹੈ। ਸ਼ਿਵ ਜੀ ਦਾ ਜਿਹੜਾ ਹਿਮਾਲੇ ਦਾ ਨਾਂ ਹੀ ਸਮੇਰ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ। ਇਸ ਨੂੰ ਪੰਚ ਪਰਬਤ ਵੀ ਆਖਦੇ ਆ। ਮਹਾਨਕੋਸ਼ ਵਿੱਚ ਇਹ ਲਿਖਿਆ ਹੋਇਆ, ਤੁਸੀਂ ਉੱਥੇ ਵੇਖ ਸਕਦੇ ਸਮੇਰ। ਅਤੇ ਜਿਹੜਾ ਹੈ ਆਪਸ਼ਨ ਵੇਖ ਸਕਦੇ ਸਮੇਰ ਪਰਬਤ ਦੀ ਜਿਹੜੀ ਆਪਣੀ ਇੰਟਰੋਡਕਸ਼ਨ ਤੁਸੀਂ ਵੇਖ ਸਕਦੇ ਉੱਥੇ। ਵਿਸਥਾਰ ਦੋਹਰਾ ਆਦਮ ਜੋ ਚਾਹੇ ਦਰਬ ਕੋ, ਛੋਟਾ ਆਦਮੀ ਗਰੀਬ ਮਨੁੱਖ ਦੌਲ ਦੀ ਇੱਛਾ ਕਰਦਾ। ਕਹਿੰਦੇ ਆਦਮ ਜੋ ਚਾਹੇ ਦਰਬ ਕੋ, ਆਦਮ ਕਹੀਏ ਜਿਹੜਾ ਛੋਟਾ ਆਦਮੀ ਆ, ਨੀਚ ਬਿਰਤੀ ਵਾਲੇ, ਹਾਂਜੀ, ਵਿਦਵਾਨ, ਉਹ ਧਨ ਚਾਹੁੰਦੇ ਆ। ਦਰਮਿਆਨੇ ਮੱਧਮ ਧਨ ਅਰਮਾਨ, ਜਿਹੜੇ ਦਰਮਿਆਨੇ ਆ ਉਹ ਜਿਹੜੇ ਹੈ ਧਨ ਅਤੇ ਮਾਣ ਸਤਿਕਾਰ ਚਾਹੁੰਦੇ। ਹਾਂਜੀ,
ਧਨ ਅਤੇ ਮਾਣ ਦੋਨੋਂ ਚਾਹੁੰਦੇ, ਆਦਰ ਸਨਮਾਨ ਜਦੋਂ ਚਾਹੁੰਦੇ। ਉੱਤਮ ਚਾਹੇ ਮਾਨ ਕੋ, ਪਰ ਜਿਹੜੇ ਕਹਿੰਦੇ ਉੱਤਮ ਪੁਰਸ਼ ਸਿਆਣੇ ਆ ਉਹ ਹਮੇਸ਼ਾ ਹੀ ਇੱਜ਼ਤ ਮਾਣ ਸਨਮਾਨ ਹੀ ਚਾਹੁੰਦੇ। ਤਾਂ ਕੋ ਧਨ ਸਨਮਾਨ, ਉਸ ਵਾਸਤੇ ਤਾਂ ਕੋ ਕਹੀਏ ਉਸ ਨੂੰ, ਜਾਂ ਉਸ ਵਾਸਤੇ ਜਿਹੜਾ ਹੈ ਇਹ ਸਮਾਨ ਜਿਹੜਾ ਸਨਮਾਨ ਹੈ ਨਾ, ਮਾਣ ਇੱਜ਼ਤ ਆ, ਇਹੀ ਧਨ ਸਨਮਾਨ। ਹਾਂਜੀ, ਉਹਦਾ ਸਨਮਾਨ ਦੌਲਤ ਹੀ, ਉਹਦਾ ਜਿਹੜਾ ਦੌਲਤ ਹੀ ਉਹਦਾ ਸਨਮਾਨ ਹੀ ਦੌਲਤ ਹੈ, ਇਹ ਮਤਲਬ ਅਰਥ। ਮਹਾਂਪੁਰਸ਼ ਜਿਹੜੇ ਆ ਉਹ ਇੱਜ਼ਤ ਮਾਣ ਚਾਹੁੰਦੇ ਆ, ਉਹ ਧਨ ਨਹੀਂ ਚਾਹੁੰਦੇ। ਠੀਕ ਹੈ ਜੀ। ਇਹ ਉੱਤਮ ਮੱਧਮ ਨੀਚ ਪੁਰਸ਼ ਦੀ ਗੱਲ ਦੱਸੀ ਆ। ਮਹਾਂਪੁਰਸ਼ ਦੇ ਹਰ ਸੁਖ ਦੇ ਰਹੇ ਨਿਆਰੋ, ਨਾਹੇ ਮਾਨ ਸਨਮਾਨਾ, ਉਹਨਾਂ ਦੀ ਇਹ ਅਵਸਥਾ ਹੈ। ਇਸ ਦੋਹਰੇ ਮੁਤਾਬਕ ਦੋਹਰਾ ਉਹ ਅਦਮ ਚਾਹੇ ਦਰਬ ਕੋ, ਪਾਠ ਆਦਮ ਜੋ ਚਾਹੇ ਦਰਬ ਕੋ, ਇੱਦਾਂ ਪਾਠ ਆਦਮ ਜੋ ਚਾਹੇ ਦਰਬ ਕੋ। ਇਹ ਸੰਸਾਰ ਅੰਦਰ ਜਿਹੜੇ ਆਦਮ ਨੀਚ ਮਨੁੱਖ ਹੈ ਬਹੁਤੇ ਘਟੀਆ ਸਾਡੇ ਵਰਗੇ, ਮੈਂ ਆਪਣੀ ਗੱਲ ਹੀ ਕਰਦਾ ਨਾ ਬਹੁਤੀ, ਇਹ ਸਿਰਫ ਦਰਬ ਕੋ ਧਨ ਨੂੰ ਚਾਹੇ ਕਹੀਏ ਚਾਹੁੰਦੇ। ਜੋ ਕਹੀਏ ਜੋ ਅਦਮ ਨੀਚ ਹੈ ਪੁਰਸ਼, ਉਹ ਧਨ ਨੂੰ ਹੀ ਚਾਹੁੰਦੇ ਸੰਸਾਰ ਵਿੱਚ। ਮੱਧਮ ਧਨ ਔਰ ਮਾਨ, ਅਤੇ ਕਿਉਂਕਿ ਜਿਹੜੇ ਨੀਚ ਲੋਕ ਆਪਣੇ ਆਦਰ ਮਾਨ ਦੀ ਇੱਛਾ ਤੇ ਰੱਖਦੇ ਕੋਈ ਨਹੀਂ ਹੈ। ਉਹਨਾਂ ਨੂੰ ਕੇਵਲ ਧਨ ਹੀ ਚਾਹੀਦਾ। ਪੈਸਾ ਕਮਾਓ, ਕਿਸੇ ਦਾ ਜਿਹੜਾ ਵੇਸਵਾਗਾਮੀ ਹੋ ਕੇ ਲੁੱਟਾਂ ਮਾਰਾ ਚੋਰੀਆਂ ਕਰਕੇ ਪੈਸਾ ਕਮਾਓ। ਇਸ ਵਿੱਚ ਭਾਵੇਂ ਉਹਨਾਂ ਦਾ ਕੋਈ ਮਾਣ ਕਰੇ ਜਾਂ ਨਾ ਕਰੇ, ਜਾਂ ਅਪਮਾਨ ਕਰੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨੀਚਾਂ ਨੂੰ। ਮੱਧਮ ਧਨ ਔਰ ਮਾਨ, ਮੱਧਮ ਜਿਹੜੇ ਦਰਮਿਆਨੇ ਵਿਚਕਾਰਲੇ ਮੇਲ ਵਾਲੇ, ਵਿਚਕਾਰਲੇ ਪੁਰਸ਼ ਆ, ਸਮਾਨ ਪੁਰਖ ਆ, ਇੱਕ ਸਮਾਨ ਰਹਿਣ ਵਾਲੇ, ਕਿ ਦਰਮਿਆਨੇ ਜੇ ਜਿਹਨਾਂ ਦਾ ਸੁਭਾਅ ਇੱਕ ਮੱਧਮ ਜਿਹਾ, ਉਹ ਧਨ ਅਤੇ ਮਾਣ ਆਦਰ ਇੱਜ਼ਤ ਦੋਵਾਂ ਨੂੰ ਚਾਹੁੰਦੇ ਕਿ ਸਾਨੂੰ ਧਨ ਵੀ ਪ੍ਰਾਪਤ ਹੋਵੇ, ਆਦਰ ਮਾਣ ਵੀ ਜਿਹੜਾ ਹੈ ਉਹ ਮਿਲੇ। ਉੱਤਮ ਚਾਹੇ ਮਾਨ ਕੋ, ਜਿਹੜੇ ਉੱਤਮ ਪੁਰਸ਼ ਸ੍ਰੇਸ਼ਟ ਮਹਾਂਪੁਰਸ਼ ਆ ਜਾਂ ਉੱਤਮ ਪੁਰਸ਼ ਆ, ਉੱਤਮ ਬਿਰਤੀ ਵਾਲੇ, ਉਹ ਮਾਣ ਕਲ ਇੱਜ਼ਤ ਹੀ ਚਾਹੁੰਦੇ। ਤਾਂ ਕੋ ਧਨ ਸਨਮਾਨ ਸੱਸੇ ਉੱਤੇ ਟਿੱਪੀ ਪਾਠ ਹੈ, ਸਨਮਾਨ ਪਾਠ ਨਹੀਂ, ਸੱਸੇ 'ਤੇ ਟਿੱਪੀ ਲਾਉਣੀ, ਉੱਤੇ ਆਪੇ ਨੰਨਾ ਬਣ ਜਾਣਾ ਸਨਮਾਨ। ਅਤੇ ਤਾਂ ਕੋ ਕਹੀਏ ਵੀ ਉਹ ਤਾਂ ਕੋ ਉਹਨਾਂ ਦਾ ਜਿਹੜਾ ਸਨਮਾਨ ਹੋਣਾ, ਇੱਜ਼ਤ ਹੋਣੀ, ਇਹੀ ਉਹਨਾਂ ਵਾਸਤੇ ਧਨ ਹੈ, ਇਹੀ ਅਸਲ ਧਨ ਹੈ ਉਹਨਾਂ ਦਾ। ਉਹ ਧਨ ਦੀ ਇੱਛਾ ਨਹੀਂ ਰੱਖਦੇ। ਜਿਹੜਾ ਤਾਂ ਕੋ ਕਹੀਏ ਉਹਨਾਂ ਦਾ ਤਾਂ ਸਨਮਾਨ ਹੋਣਾ ਇਹੀ ਧਨ ਹੈ, ਸਨਮਾਨ ਨੂੰ ਧਨ ਸਮਝਦੇ। ਹੈ ਗੁਣ ਔਗੁਣ ਸਭ ਵਿਖੇ, ਈਸ਼ਵਰ ਦੇ ਰਚੇ ਸੰਸਾਰ ਵਿੱਚ। ਪੰਡਿਤ ਹਰਦਿਆਲ ਜੀ ਕਹਿੰਦੇ ਹੈ ਕਿ ਸਭ ਵਿਖੇ, ਸਾਰਿਆਂ ਦੇ ਵਿੱਚ, ਭਾਵ ਸਾਰੇ ਜੀਵਾਂ ਵਿੱਚ ਗੁਣ ਵੀ ਹੈ ਅਤੇ ਔਗੁਣ ਵੀ ਹੈ। ਗੁਣ ਔਗੁਣ ਦੋਵੇਂ ਭਰੇ ਹੋਏ ਪਰਮੇਸ਼ਰ ਦੀ ਬਣਤਰ ਹੈ। ਇਨ ਬਿਨ ਜੰਤ ਨਾ ਕੋਈ, ਇਹਨਾਂ ਔਗੁਣਾਂ ਅਤੇ ਗੁਣਾਂ ਤੋਂ ਬਿਨਾਂ ਕੋਈ ਵੀ ਜੰਤ ਜੀਵ ਨਹੀਂ ਹੈ। ਕਿਉਂਕਿ ਜੇਕਰ ਕਿਸੇ ਵਿੱਚ 10 ਗੁਣ ਹਨ ਤਾਂ 4 ਔਗੁਣ ਵੀ ਹੁੰਦੇ ਹੈ, ਜੇਕਰ ਕਿਸੇ ਵਿੱਚ 4 ਗੁਣ ਹਨ ਤਾਂ 10 ਔਗੁਣ ਵੀ ਹਨ। ਇਹੋ ਜਿਹਾ ਸੁਭਾਅ ਹੈ। ਮ੍ਰਿਦ ਸੁਗੰਧ ਸੁੰਦਰ ਕਮਲ, ਕਿਉਂਕਿ ਪਰਮੇਸ਼ਰ ਨੇ ਰੀਤੀ ਜਿਹੜੀ ਹੈ ਸੰਸਾਰ ਦੀ ਚਲਾਈ, ਉਹ ਚੱਲਦੀ ਰਹਿਣੀ ਹੈ। ਸਾਰੇ ਗੁਣੀ ਹੋ ਕੇ ਤੇ ਔਗੁਣ ਕੌਣ ਕਰੂਗਾ? ਜੇ ਔਗੁਣ ਹੋਣਗੇ ਤਾਂ ਗੁਣਾਂ ਦੀ ਕੀਮਤ ਹੈ, ਜੇ ਔਗੁਣ ਨਹੀਂ ਹੋਣਗੇ ਗੁਣਾਂ ਦੀ ਵੀ ਕੀ ਕੀਮਤ ਹੈ। ਇਹਨਾਂ ਬਿਨਾਂ ਜੰਤ ਕੋਈ ਨਹੀਂ ਹੈਗਾ ਜੀਵ ਸੰਸਾਰ ਵਿੱਚ। ਸਾਰਿਆਂ ਵਿੱਚ ਗੁਣ ਔਗੁਣ ਪੱਕੇ ਹੀ ਹੁੰਦੇ ਆ, ਕੋਈ ਨਾ ਕੋਈ ਔਗੁਣ ਤਾਂ ਛੁਪਿਆ ਹੀ ਹੁੰਦਾ। ਮ੍ਰਿਦ ਸੁਗੰਧ ਸੁੰਦਰ ਕਮਲ ਦ੍ਰਿਸ਼ਟਾਂਤ ਦੇ ਕੇ ਉਪਰੋਕਤ ਕਈ ਹੋਈ ਗੱਲ ਸਮਝਾਉਂਦੇ ਆ ਕਿ ਜਿਸ ਪ੍ਰਕਾਰ ਕਮਲ ਦਾ ਫੁੱਲ ਬਹੁਤ ਕਮਲ ਦਾ ਫੁੱਲ ਬਹੁਤ ਸੁੰਦਰ ਹੁੰਦਾ, ਸੋਹਣਾ ਹੁੰਦਾ। ਫਿਰ ਦੂਜਾ ਉਹ ਬਹੁਤ ਮ੍ਰਿਦ ਕੋਮਲ ਵੀ ਹੁੰਦਾ, ਮੁਲਾਇਮ ਹੁੰਦਾ। ਅਤੇ ਤੀਜਾ ਉਸ ਵਿੱਚ ਸੁਗੰਧੀ ਖੁਸ਼ਬੂ ਬਹੁਤ ਹੁੰਦੀ, ਭੌਰਾ ਲੈਣ ਆਉਂਦਾ। ਪਰ ਕੰਟਕ ਵੀ ਹੋਏ ਭਾਰ ਕਹੀਏ, ਪਰੰਤੂ ਇਹ 3 ਗੁਣ ਵਿੱਚ ਮਹਾਨ ਸਪਸ਼ਟ ਦਿਖਦੇ
ਇਹਨਾਂ ਗੁਣਾਂ ਦੇ ਨਾਲ ਨਾਲ ਦੁਖਦਾਈ, ਦੁੱਖ ਦੇਣ ਵਾਲੇ ਕੰਟਕ ਕੰਡੇ ਵੀ ਲੱਗੇ ਹੋਏ ਹੁੰਦੇ ਹਨ। ਇਹ ਸਾਰੇ ਸੰਸਾਰ ਅੰਦਰ ਗੁਣ ਅਤੇ ਅਗੁਣ ਮਿਲੇ ਹੋਏ ਹਨ। ਵੇਖੋ ਸਾਨੂੰ ਵੀ ਨਾਲ ਗਿਆਨ ਮਿਲ ਜਾਂਦਾ ਪੰਡਿਤ ਹਰਦਿਆਲ ਜੀ ਦੀ ਕਿਰਪਾ ਨਾਲ, ਅਤੇ ਨਾਲੇ ਆਪਣਾ ਭਲਾ ਸਮਝ ਆ ਜਾਂਦੀ ਹੈ ਕਿ ਨਾ ਉਹ, ਕਿਉਂਕਿ ਆਪਾਂ ਨੂੰ ਸਾਰੀ ਉਮਰ ਨਹੀਂ ਪਤਾ ਲੱਗਣਾ, ਨਾ ਹੀ ਕਮਲ ਫੁੱਲ ਵੇਖਣੇ ਆ ਅਤੇ ਨਾ ਹੀ ਕੁਝ ਪਤਾ ਲੱਗਣਾ, ਕੰਡਾ ਹੀ ਹੁੰਦਾ ਹੈ। ਗੁਣ ਅਵਗੁਣ ਸਭ ਵੇਖੇ, ਚੰਗਿਆਈ ਅਤੇ ਬੁਰਿਆਈ ਸਭ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਗੁਣ ਅਤੇ ਅਵਗੁਣ, ਚੰਗਿਆਈ ਅਤੇ ਬੁਰਿਆਈ ਕਹਿ ਲਓ, ਗੁਣ ਅਵਗੁਣ ਕਹਿ ਲਓ, ਦੋਸ਼ ਕਹਿ ਲਓ, ਗੁਣ ਕਹਿ ਲਓ। ਕਹਿੰਦੇ ਸਭ ਸਾਰਿਆਂ ਵਿੱਚ, ਸਾਰੇ ਮਨੁੱਖਾਂ ਵਿੱਚ ਹੀ ਹੈ, ਹਰੇਕ ਮਨੁੱਖ ਵਿੱਚ ਹੀ ਗੁਣ ਅਵਗੁਣ ਆ। ਇਹ ਤੇ ਗੁਣ ਅਵਗੁਣ ਪਾਠ ਅਤੇ ਗੁਣ ਅਵਗੁਣ ਪਾਠ ਵੀ ਹੈ, ਅਰਥ ਇੱਕ ਹੀ ਬਣਨਾ। ਕਿਤੇ ਗੁਣ ਆ, ਲੋਕ ਦੈਵੀ ਗੁਣ ਚੰਗਿਆਈਆਂ ਕਰਦੇ ਆ, ਉਸਤਾਂ ਕਰਦੇ, ਉੱਥੇ ਅਵਗੁਣ ਆਉਣੇ ਕਰਕੇ ਨਿੰਦਾ ਚੁਗਲੀ ਕਰਦੇ, ਬੇਈਮਾਨੀ ਵੀ ਕਰਦੇ ਆ, ਬੁਰਿਆਈ ਵੀ ਕਰਦੇ ਆ। ਅਸੀਂ ਕਿਤੇ ਦੇ ਸਿਫਤ ਕਰਨ ਡੇ, ਕਿਤੇ ਨਿੰਦਿਆ ਕਰਨ ਡੇ ਆ, ਸਾਡੇ 'ਚ ਹੈ ਹੀ ਨਾ, ਕਿਤੇ ਗੁਣ ਹੈ ਕਿਤੇ ਅਵਗੁਣ ਹੈ। ਇਹਨਾਂ ਬਿਨ ਜੰਤ ਨਾ ਕੋਈ, ਇਹਨਾਂ ਬਿਨਾਂ ਤਾਂ ਕੋਈ ਵੀ ਜੀਵ ਜਿਹੜਾ ਹੈ ਨਹੀਂ। ਮ੍ਰਿਦ ਸੁਗੰਧ ਸੁੰਦਰ ਕੰਵਲ, ਸੁੰਦਰਤਾ ਅਤੇ ਮ੍ਰਿਦ ਕਹੀਏ, ਕੋਮਲਤਾ, ਕੂਲਾਪਣ, ਨਰਮਪੁਣਾ, ਸੁਗੰਧੀ, ਸੁੰਦਰਪੁਣਾ, ਇਹ ਕਮਲ ਫੁੱਲ ਵਿੱਚ ਪਰਮੇਸ਼ਰ ਨੇ ਪਾਏ ਹੋਏ ਗੁਣ। ਪਰ ਕੰਟਕ ਵੀ ਹੋਏ, ਪਰ ਉਸ 'ਤੇ ਕੰਡਾ ਵੀ ਲੱਗਾ ਹੁੰਦਾ। ਹਾਂਜੀ, ਮਤਲਬ ਇਹ ਆ ਵੀ ਕਿਸੇ ਵਿੱਚ ਤਾਂ ਚੰਗਿਆਈ ਜ਼ਿਆਦਾ, ਕਿਸੇ 'ਚ ਬੁਰਿਆਈ ਜ਼ਿਆਦਾ ਹੈ, ਪਰ ਅਵਗੁਣ ਅਵਗੁਣ ਦੋਵੇਂ ਵਿੱਚ ਹੀ ਹੈ। ਹਾਂਜੀ, 3 ਗੁਣ ਕਮਲ ਫੁੱਲ ਦੇ ਦੱਸੇ ਵਿੱਚ ਇੱਕ ਅਵਗੁਣ ਵੀ ਹੈ। ਉਹ ਇੱਕੋ ਹੀ ਅਵਗੁਣ ਕਿੰਨਾ ਕੰਮ ਖਰਾਬ ਕਰ ਦਿੰਦਾ। ਇਸ ਪ੍ਰਕਾਰ ਸਾਡੇ ਵਿੱਚ ਅਵਗੁਣ ਗੁਣ ਸਾਰੀਆਂ ਹੀ ਹੈ। ਜੀਵ ਕੋਈ ਵੀ ਗੁਣ ਅਵਗੁਣਾਂ ਤੋਂ ਬਿਨਾਂ ਨਹੀਂ ਹੈ। ਕੋਈ ਮਾਣ ਨਾ ਕਰੇ ਮੈਂ ਸਾਰੇ ਅਵਗੁਣ ਮਾਰ ਚੁੱਕਾ। ਸੋਰਠਾ ਭੂਮੰਡਲ ਸ਼੍ਰੰਗਾਰ, ਭੂਮੰਡਲ, ਮੰਡਲ ਨਾਮ ਹੁੰਦਾ ਮੈਦਾਨ ਦਾ, ਜ਼ਮੀਨ ਦਾ, ਭੂ ਨਾਮ ਧਰਤੀ ਦਾ, ਧਰਤੀ ਮੰਡਲ ਮੈਦਾਨੀ ਜ਼ਮੀਨ। ਹਾਂਜੀ, ਭੂ ਮੰਡਲ ਸੰਸਾਰ ਮੰਡਲ, ਸ਼੍ਰੰਗਾਰ ਕਹੀਏ ਸ਼ਿੰਗਾਰੀ ਹੁੰਦੀ, ਸੁੰਦਰ ਲੱਗਦੀ। ਕਿਹੜੀ? ਸੰਤ ਮਰਾਲ ਨਿਵਾਸ ਜਹਾਂ, ਜਿੱਥੇ ਜਿਹੜੇ ਸੰਤ ਸਾਧੂ ਅਤੇ ਮਰਾਲ ਕਹੀਏ ਹੰਸਾਂ ਦਾ ਨਿਵਾਸ ਹੁੰਦਾ ਹੈ। ਜਹ ਕਹੀਏ ਜਿੱਥੇ। ਭੂ ਮੰਡਲ ਸ਼੍ਰੰਗਾਰ, ਉਹ ਧਰਤੀ ਮੰਡਲ ਸ਼੍ਰੰਗਾਰ ਕਹੀਏ ਸ਼ਿੰਗਾਰੀ ਹੁੰਦੀ, ਸੁੰਦਰ ਲੱਗਦਾ, ਜਿੱਥੇ ਸੰਤਾਂ ਦੇ ਹੰਸਾਂ ਦਾ ਨਿਵਾਸ ਹੁੰਦਾ। ਹਾਨ ਤਿਨੈ ਪੁਰ ਤਾਲ, ਤਿਨੈ, ਤਿਨੈ ਅਰਥ ਕੀ? ਉਹਨਾਂ, ਉਹਨਾਂ ਦਾ, ਉਹਨਾਂ ਪੁਰਾਂ ਦਾ ਕਿ ਨਗਰੀਆਂ ਦਾ, ਨਗਰਾਂ ਦਾ, ਸ਼ਹਿਰਾਂ ਦਾ। ਹਾਨ ਕਹੀਏ ਹਾਨੀ, ਬਦਨਾਮੀ ਹੁੰਦੀ ਹੈ। ਅਤੇ ਤਾਲਕ, ਹਾਨ ਤਿਨੈ ਪੁਰ ਤਾਲ, ਤਾਰ ਨਾਮ ਤਲਾਅ ਦਾ, ਤਲਾਵਾਂ ਦੀ ਵੀ ਤਿਨੈ ਕਹੀਏ ਉਹਨਾਂ ਦੀ ਹਾਨੀ ਹੁੰਦੀ, ਬਦਨਾਮੀ ਹੁੰਦੀ। ਸਾਧੂ ਹੰਸ ਵਿਯੋਗ ਜਹੈ, ਜਹ ਕਹੀਏ ਜਿੱਥੇ ਸਾਧੂਆਂ ਦਾ ਵਿਯੋਗ ਕਹੀਏ ਵਿਛੋੜਾ ਹੈ। ਹਾਂਜੀ, ਹੰਸਾਂ ਦਾ ਜਿਸ ਤਲਾਅ ਨੂੰ ਵਿਛੋੜਾ ਹੈ, ਭਾਵ ਜਿਸ ਪੁਰੀ ਵਿੱਚ ਸਾਧੂ ਨਹੀਂ ਹੈਗਾ ਅਤੇ ਜਿੱਥੇ ਤਲਾਅ ਵਿੱਚ ਹੰਸ ਨਹੀਂ ਹੈਗਾ, ਉੱਥੇ ਕੋਈ ਫਾਇਦਾ ਨਹੀਂ ਹੈ, ਉਹਨਾਂ ਦੀ ਬਦਨਾਮੀ ਹੁੰਦੀ। ਧਰਤੀ ਮੰਡਲ ਦਾ ਸ਼ਿੰਗਾਰ ਹਨ, ਭਾਵ ਧਰਤੀ ਬੜੀ ਸੋਹਣੀ ਹੁੰਦੀ ਹੈ, ਜਿੱਥੇ ਸੰਤ ਰਹਿੰਦੇ ਨਿਵਾਸ ਕਰਦੇ। ਅਤੇ ਜਿੱਥੇ ਹੰਸ ਰਹਿੰਦੇ ਉਹ ਤਲਾਅ ਦੀ ਬੜੀ ਸ਼ੋਭਾ, ਜਿੱਥੇ ਹੰਸ ਨਹੀਂ ਰਹਿੰਦੇ ਉਹ ਤਲਾਅ ਦੀ ਕੋਈ ਸ਼ੋਭਾ ਨਹੀਂ, ਚੰਗਾ ਨਹੀਂ ਲੱਗਦਾ। ਜਿੱਥੇ ਸਾਧੂ ਨਹੀਂ ਰਹਿੰਦੇ ਉਹ ਪਿੰਡ ਚੰਗਾ ਨਹੀਂ ਲੱਗਦਾ। ਅਤੇ ਸਾਧਨਾ ਪੁਰ ਪੁਰ ਮਾਹੇ, ਸਾਧੂ ਪੂਰੀ ਪੂਰੀ ਵਿੱਚ ਹੈ ਨਹੀਂ, ਤਾਂਹੀਓ ਪਿੰਡ ਵੀ ਉਹ ਚੰਗੇ ਨਹੀਂ। ਜਿੱਥੇ ਸਾਧੂ ਵਸਿਆ ਹੁੰਦਾ ਕਹਿੰਦੇ ਬੜੀ ਗੱਲ ਹੈ, ਇਹ ਨਗਰ ਵਿੱਚ ਸਾਧੂ ਫਲਾਣੇ ਹੋਏ। ਹਾਂਜੀ, ਭੂ ਮੰਡਲ ਸ਼੍ਰੰਗਾਰ, ਕਹਿੰਦੇ ਉਹ ਭੂ ਮੰਡਲ ਪ੍ਰਿਥਵੀ ਦੀ, ਮੰਡਲ ਮੈਦਾਨ, ਪ੍ਰਿਥਵੀ ਦਾ, ਧਰਤੀ ਦਾ, ਮੰਡਲ ਮੈਦਾਨ, ਜਗ੍ਹਾ। ਸ਼੍ਰੰਗਾਰ ਕਹੀਏ ਸ਼ਿੰਗਾਰ ਵਾਲੀ ਹੁੰਦੀ ਹੈ, ਸੁਹੱਪਣ ਵਾਲੀ ਹੁੰਦੀ, ਸੁੰਦਰ ਹੁੰਦੀ ਹੈ। ਸੰਤ ਮਰਾਲ, ਸੰਤ ਜਿਹੜੇ ਹੈ ਸੰਤ ਮਰਾਲ ਨਿਵਾਸ ਜਹ, ਜਿੱਥੇ
ਸੰਤਾਂ ਮਹਾਤਮਾ ਦਾ ਨਿਵਾਸ ਹੁੰਦਾ ਹੈ ਅਤੇ ਹੰਸਾਂ ਦਾ ਨਿਵਾਸ ਹੁੰਦਾ। ਭਾਵ ਜਿੱਥੇ ਵਸਦੇ ਉੱਥੇ ਇਹਨਾਂ ਦੀ ਵਡਿਆਈ ਕਰਕੇ ਉਹ ਧਰਤੀ ਦੀ ਸ਼ੋਭਾ ਹੁੰਦੀ ਹੈ। ਹਾਨ ਤਿਨੈ ਪੁਰ ਤਾਲ ਤਿਨੈ ਕਹੀਏ, ਉਹਨਾਂ ਪੁਰੀਆਂ ਦਾ, ਉਹਨਾਂ ਤਾਲ ਤਲਾਵਾਂ ਦਾ ਹਾਨ ਹੁੰਦਾ, ਬਦਨਾਮੀ ਹੁੰਦੀ, ਨਾਸ ਹੁੰਦਾ ਅਤੇ ਉਹਨਾਂ ਦੀ ਹਾਨੀ ਹੁੰਦੀ ਹੈ। ਸਾਧੂ ਹੰਸ ਵਿਜੋਗ ਜਹ, ਜਿੱਥੇ ਸਾਧੂਆਂ ਦਾ ਵਿਜੋਗ ਹੈ, ਹੰਸਾਂ ਦਾ ਵਿਜੋਗ ਹੈ। ਜਿੱਥੇ ਸਾਧੂ ਨਹੀਂ ਪਿੰਡ ਵਿੱਚ ਰਹਿੰਦੇ, ਜਿੱਥੇ ਤਲਾਬ 'ਚ ਹੰਸ ਨਹੀਂ ਰਹਿੰਦੇ, ਉਹ ਤਲਾਬ ਵੀ ਕਿਸੇ ਕੰਮ ਨਹੀਂ ਹੈ ਅਤੇ ਉਹ ਪਿੰਡ ਵੀ ਕਿਸੇ ਕੰਮ ਨਹੀਂ। ਬਾਈ ਦੋਹੇ ਸੋਰ ਠਿਕ, ਅਖੀਰੀ ਸਮਾਪਤੀ ਕਰਦਿਆਂ ਜਿਹੜੇ ਪੰਡਿਤ ਹਰਦਿਆਲ ਜੀ ਅਧਿਆਏ ਦੀ ਸਮਾਪਤੀ ਕਰਦਿਆਂ ਛੰਦਾਂ ਦੀ ਗਿਣਤੀ ਦੱਸਣਗੇ। ਬਾਈ ਦੋਹੇ ਸੋਰ ਠਿਕ, ਅਧਿਆਏ ਦੀ ਸਮਾਪਤੀ 'ਤੇ ਛੰਦਾਂ ਦੀ ਗਿਣਤੀ ਕਥਨ ਕਰਦੇ ਆ ਕਿ ਇਸ ਅਧਿਆਏ ਵਿੱਚ 22 ਜਿਹੜੇ ਦੋਹੇ ਕਹੀਏ ਦੋਹਰੇ ਆਏ ਹੈ ਅਤੇ ਸੋਰਠ ਇੱਕ। ਸੋਰਠ ਇੱਕ ਦਾ ਭਾਵ ਸੋਰਠ ਇੱਕ ਸੋਰਠ ਆਇਆ ਅਤੇ 3 ਸਵਈਏ ਚੀਨ, 3 ਜਿਹੜੇ ਸਵਈਏ ਛੰਦ ਹੈ ਉਹ ਚੀਨ ਕਹੀਏ ਚੀਨਣਾ ਕਰੋ, ਜਾਣਨਾ ਕਰੋ, ਪਛਾਣਨਾ ਕਰੋ। ਸਭੀ ਛੰਦ ਖਟ 20 ਹੈ, ਸਭੀ ਕਹੀਏ ਸਾਰੇ ਕੁੱਲ ਛੰਦ ਜਿਹੜੇ ਖਟ ਕਹੀਏ 6 ਅਤੇ 20 ਕਹੀਏ 20, 6 ਅਤੇ 20 ਭਾਵ 26 ਹੈ, ਭਾਵ 26 ਛੰਦ ਆਏ ਹੈ। 22 ਦੋਹਰੇ ਸੋਰਠ ਇੱਕ, ਕਿੰਨਾ ਹੋ ਗਿਆ 23, 3 ਸਵਈਏ ਕਿੰਨੇ ਹੋ ਗਏ 26। ਹਰ ਹੈ ਦੀਨ ਅਧੀਨ, ਜੋ ਛੰਦਾਂ ਦਾ ਸਿਧਾਂਤ ਦੀਨ ਕਹੀਏ ਦੀਨਤਾ ਨੂੰ, ਹਰ ਹੈ ਕਹੀਏ ਨਾਸ ਕਰੇਗਾ ਅਤੇ ਸਭ ਨੂੰ ਆਪਣੇ ਅਧੀਨ ਕਰੇਗਾ। ਅਥਵਾ ਇੱਦਾਂ ਵੀ ਅਰਥ ਲੱਗ ਜਾਂਦਾ ਦੀਨਤਾ ਅਤੇ ਅਧੀਨਤਾ ਨੂੰ ਨਾਸ, ਹਰ ਹੈ ਕਹੀਏ ਨਾਸ ਕਰੇਗਾ। ਭਾਵ ਦੀਨ ਗਰੀਬੀ, ਦੀਨ ਮਜ਼ਲੂਮੀ ਅਤੇ ਅਧੀਨਤਾਈ ਮੁਥਾਜੀ ਜਿਹੜੀ ਹੈ ਇਹਨੂੰ ਹਰ ਹੈ ਖਤਮ ਕਰੇਗਾ। ਇੱਦਾਂ ਤੁਸੀਂ ਸਮਝ ਲਓ, ਇਹ ਅਰਥ ਬਣਦਾ ਹੈ। ਹਰ ਹੈ ਦੀਨ ਅਧੀਨ, ਆਹ ਜਿਹੜਾ ਦੀਨ ਹੋ ਕੇ ਰਹਿਣਾ ਅਤੇ ਦੀਨ ਕੀ ਆ ਗਰੀਬੀ, ਹਾਂਜੀ ਦੀਨ ਗਰੀਬ ਹੋ ਕੇ ਰਹਿਣਾ ਅਤੇ ਪਰਾਇਆਂ ਦੇ ਅਧੀਨ ਰਹਿਣਾ, ਗੁਲਾਮੀ ਕਰਨੀ, ਇਹ ਹਰ ਹੈ ਨਾਸ ਕਰਨਗੇ ਇਹ 26 ਛੰਦ ਜਿਹੜੇ ਇਸ ਵਿੱਚ ਆਏ ਹੈ। ਜਿਹੜਾ ਇਹ 26 ਛੰਦ ਜਿਨ੍ਹਾਂ ਦੇ ਦਿਲ ਵਿੱਚ ਵਸਣਗੇ, ਜਿਹੜਾ ਦਿਲ ਵਿੱਚ ਵਸਾਊਗਾ ਉਹਨਾਂ ਦੀ ਗਰੀਬੀ ਦੀ ਮੁਥਾਜੀ ਕੱਟੀ ਜਾਏਗੀ, ਨਾਸ ਹੋ ਜਾਏਗੀ, ਹਰ ਹੈ ਕਹੀਏ ਨਾਸ ਹੋ ਜਾਏਗੀ, ਖਤਮ ਹੋ ਜਾਏਗੀ, ਦੂਰ ਹੋ ਜਾਏਗੀ। ਇਹ ਤਾਂ ਸ੍ਰੀ ਸਾਰ ਕਤਾਵਲੀ, ਇਹ ਤਾਂ ਕਹੀਏ ਇੱਥੇ ਸ੍ਰੀ ਸ਼੍ਰੋਮਣੀ ਸਾਰ ਕਤਾਵਲੀ ਗ੍ਰੰਥ ਤਾਸ ਕਹੀਏ, ਤਾਸ ਦਾ 11ਵਾਂ ਅਧਿਆਇ, 11ਵਾਂ ਜਿਹੜਾ ਅਧਿਆਇ ਹੈ। ਦੁਰਜਨ ਸੁਰਜਨ ਜੁਗਲ ਕੋ, ਜਿਹੜੇ ਦੁਰਜਨ ਖੋਟੇ ਜਾਣ, ਖੋਟੇ ਪੁਰਸ਼ ਅਤੇ ਸੁਰਜਨ ਕਹੀਏ ਸ੍ਰੇਸ਼ਠ ਪੁਰਸ਼, ਚੰਗੇ ਪੁਰਸ਼, ਦੈਵੀ ਗੁਣਾਂ ਵਾਲੇ ਪੁਰਸ਼ ਆ, ਉਹਨਾਂ ਜੁਗਲ ਕਹੀਏ ਉਹਨਾਂ ਦੋਵਾਂ ਦਾ, ਕੋ ਦੱਸ ਦੋ, ਜੁਗਲ ਕੋ ਦੋਵਾਂ ਦਾ ਵਰਣਨ ਕੀਨ ਸੁਭਾਏ, ਬੜੀ ਸ੍ਰੇਸ਼ਠ ਭਾਵਨਾ ਸ਼ਰਧਾ ਦੇ ਨਾਲ ਪ੍ਰੇਮ ਨਾਲ ਵਰਣਨ ਕੀਨ ਕਹੀਏ ਕੀਤਾ ਹੈ ਮੈਂ ਪੰਡਿਤ ਹਰਦਿਆਲ ਜੀ ਨੇ। ਇੱਥੇ ਸਾਰ ਕਤਾਵਲੀ, ਇੱਥੇ ਸ੍ਰੀ ਸਾਰ ਕਤਾਵਲੀ, ਇੱਥੇ ਸ੍ਰੀ ਸਾਰ ਕਤਾਵਲੀ ਗ੍ਰੰਥ ਤਾਸ ਕਹੀਏ ਤਿਸ ਦਾ 11ਵਾਂ ਅਧਿਆਇ, 11ਵਾਂ ਅਧਿਆਇ ਪਾਠ ਪਹਿਲਾ ਅਤੇ 1100 ਪਾਠ ਦੂਸਰਾ। 1100 ਅਧਿਆਇ ਭਾਵ 11ਵਾਂ ਅਧਿਆਇ ਇਹਦੀ ਕਹੀਏ ਸਮਾਪਤ ਹੁੰਦਾ, ਸੰਪੂਰਨ ਹੁੰਦਾ, ਜਿਸ ਅਧਿਆਇ ਵਿੱਚ ਦੁਰਜਨ ਅਤੇ ਖੋਟੇ ਮਨੁੱਖ, ਸੁਰਜਨ ਕਹੀਏ ਸ੍ਰੇਸ਼ਠ ਪੁਰਖ, ਦੈਵੀ ਗੁਣਾਂ ਵਾਲੇ, ਜੁਗਲ ਕਹੀਏ ਦੋ, ਕੋ ਕਹੀਏ ਦਾ, ਦੋਵਾਂ ਨਾਂ ਦਾ, ਦੋਵਾਂ ਦਾ ਹੀ ਜਿਹੜਾ ਸੁਭਾਅ ਹੈ ਬੜੀ ਸ੍ਰੇਸ਼ਠ ਭਾਵਨਾ ਨਾਲ ਵਰਣਨ ਕੀਤਾ। ਅਤੇ ਦੂਜੀ ਤਰ੍ਹਾਂ ਇੱਦਾਂ ਪੜ੍ਹ ਲੈਣਾ ਵਰਣਨ ਕੀਨ ਸੁਭਾਏ, ਖੋਟੇ ਅਤੇ ਸ੍ਰੇਸ਼ਠ ਪੁਰਸ਼ਾਂ ਦੋਨਾਂ ਦਾ ਹੀ ਜਿਹੜਾ ਸੁਭਾਅ ਹੈ ਉਹ ਵਰਣਨ ਕੀਤਾ ਹੈ, ਕਥਨ ਕੀਤਾ, ਬਿਆਨ ਕੀਤਾ, ਹਵਾਲਾ ਦਿੱਤਾ ਹੈ। ਫੁੱਲਾਂ ਚੁੱਕਾਂ ਦੀ ਖੇਵਾਂ ਦੀ ਵਿਚਾਰਾਂ ਦੀ ਸਮਾਪਤੀ। ਇਹ ਸ੍ਰੀ ਸਾਰ ਕਤਾਵਲੀ ਤਾਸ 11ਵਾਂ ਅਧਿਆਇ। ਦੁਰਜਨ ਸੁਰਜਨ ਯੁਗਲ ਕੋ ਵਰਣਨ ਕੀਨ ਸੁਭਾਏ। ਇਹ ਪਹਿਲਾ ਅਰਥ ਵਾਸਤੇ ਸੁਭਾਏ ਪਾਠ ਕਰਨਾ, ਜਦੋਂ ਸੁਭਾਅ ਦਾ ਅਰਥ ਕਰਨਾ ਤਾਂ ਸੁਭਾਏ ਪਾਠ ਕਰਨਾ। ਇਸੇ ਤਰ੍ਹਾਂ 11ਵਾਂ ਯਈਏ ਕੰਨਾ ਰਾਰਾ ਵਾਵੇ ਨੂੰ ਫੋੜਾ ਅਤੇ ਬਿੰਦੀ 11ਵਾਂ ਅਧਿਆਇ ਹੈ।
ਇਹ ਪਹਿਲਾ ਪਾਠ ਆ। ਦੂਸਰਾ ਪਾਠ ਇਕਾਦਸ਼ ਸਮਾਉਂਦੇ ਆ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਵਿਚਾਰਾਂ ਦੀ ਸਮਾਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।